बाणी स्वामी जी महाराज वचन 17वां चेतावनी भेखों को भाग चौथा शब्द पहला। तुम साध कहावत कैसे मैं पूछूं तुमसे ऐसे। तुम साध कहावत कैसे मैं पूछूं तुमसे ऐसे। ये बाणी स्वामी जी महाराज की है। हजूर स्वामी जी महाराज साध मत के बारे पूछ रहे है कि है साधु मैं तेनों पूछ रहा तू साध कहांदा है, क्या तेरे विच साधु वाले गुण आए कि नहीं। हर एक इंसान जिहड़ा जे उहदे विच कोई गुण हुंदा है उसदा वो नां पैंदा है। बगैर गुण दे किसी का नां नहीं बनता। कोई मिस्त्री का काम करता है उसदा नाम मिस्त्री पै जांदा, दुकान का काम करता है उसदा नाम दुकानदार पै जांदा। जिहड़ा भी इंसान काम करता है उसदा वो नाम बन जाता है। साधु के बारे गुरु साहब जी पूछ रहे है साधु की तेरे विच साधु वाले गुण आए। जिहड़े साधुआं च गुण हुंदे है जिहदे नाल साधु कहा जांदा है कि वो तेरे विच गुण आए जां नहीं, मैं तैनूं ये पुछ रहा। गुरु साहब जी अगे फरमांदे हाँ जी। तुम साध कहावत कैसे मैं पूछूं तुमसे ऐसे। मान ना छोड़ो क्रोध ना छोड़ो, कुटिल बचन नहीं सहते। स्वामी जी महाराज ये साधु के बारे फरमा रहे हैं, मान नहीं छोड़ो, क्रोध नहीं छोड़ो और कुटल बचन नहीं सहते। जे तेरे विच ये गुण आए नहीं तो फिर तू साधु किस तरह बन सकदा है। गुण लैण वास्ते कुछ टाइम की ज़रूरत है। कोई भी गुण लेना है तो टाइम लगता उसनूं। दुनिया की मिसाल तुसीं ले लो, किसी बंदे ने कोई काम सीखना है तो एक दो दिन विच नहीं आ सकता, उहदे बारे भी टाइम की ज़रूरत है, टाइम लगता है। अगर असी साधु बनना है तो साधुआं दे गुण वास्ते भी कुछ टाइम की ज़रूरत है। ये यकदम किसी भेख बदल के ਜਾਂ कोई होर टशन बना के तो साधु नहीं बन सकता। साधु वाले जिहड़े गुण ने वो चाहिए। जो स्वामी जी महाराज फरमा रहे बाणी दे विच असी ये सोचना है कि क्या साडे विच गुण आए जां नहीं आए। कुटल बचन असी सहंदे हां किसी दे जां नहीं। रांझे नूं जदों नाम दिता वाले नाथ ने ते रांझे नूं जदों दैतां दित्तियां दस्सिया ते रांझा कहंदा है कि हे साडे कोलों ते नहीं काम होना ते तू अपना नाम वापस ले लै। नाम ही वापस ले लो, साडे कोलों ये गल नहीं होनी। लोकी देण गाली असी चुप करिए, इन्ने सबर दे पैर किसे धोमने ने। लोकी गालां देणगे ते असी चुप करांगे, ये साडे कोलों काम नहीं होना।
ਤੂੰ ਆਪਣਾ ਨਾਮ ਲੈ ਲੈ। ਉਹਨਾਂ ਕਿਹਾ ਨਾਮ ਤਾਂ ਨਹੀਂ ਹੁਣ ਲੈਤਾ ਜਾਂਦਾ, ਇਹ ਤਾਂ ਤੇਜ਼ਾਬ ਦੀ ਤਰ੍ਹਾਂ ਸਰੀਰ ਦੇ ਵਿੱਚ ਅਚਰ ਜਾਂਦਾ ਹੈ, ਇਹਨੇ ਨਹੀਂ ਤੈਨੂੰ ਛੱਡਣਾ, ਤੂੰ ਵਿਸ਼ਾਕੇ ਨੂੰ ਛੱਡ ਦੇ, ਇਹ ਨਹੀਂ ਤੈਨੂੰ ਛੱਡੇਗਾ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ, ਕੋਈ ਦਰਿਆ 'ਤੇ ਜਾਂਦਾ ਹੁੰਦਾ ਸੀ, ਜਦੋਂ ਹੜ੍ਹ ਆਉਣਾ ਕੋਈ ਨਾ ਕੋਈ ਚੀਜ਼ ਰੁੜਦੀ ਲੱਭਣੀ, ਉਹਨੇ ਚੁੱਕ ਲੈਣੀ। ਕੁਦਰਤੀ ਇੱਕ ਰਿਛ ਰੁੜ ਕੇ ਆ ਰਿਹਾ ਸੀ, ਉਹਦੇ ਪੈਰ ਥੱਲੇ, ਮੂੰਹ ਵੀ ਥੱਲੇ ਪਾਣੀ 'ਚ, ਅਤੇ ਉੱਪਰੋਂ ਕਾਲਾ ਜਿਹਾ ਨਜ਼ਰ ਆਇਆ ਅਤੇ ਸੁਣਿਆ, ਉਹਨੇ ਸੋਚਿਆ ਵੀ ਇੱਕ ਭੂਰਾ ਰੁੜਦਾ ਆਇਆ ਕਾਲਾ। ਛਾਲ ਮਾਰੀ, ਜਦੋਂ ਉਹਨੂੰ ਫੜਿਆ ਅਤੇ ਰਿਛ ਨੇ ਉਹਨੂੰ ਫੜ ਲਿਆ। ਹੁਣ ਜਿਹੜਾ ਬਾਹਰ ਸੀ ਬੰਦਾ, ਉਹਦਾ ਸਾਥੀ, ਉਹ ਕਹਿੰਦਾ ਜੇ ਭੂਰਾ ਨਹੀਂ ਆਉਂਦਾ ਅਤੇ ਛੱਡ ਦੇ। ਕਹਿੰਦਾ ਮੈਂ ਤਾਂ ਛੱਡਦਾ, ਭੂਰਾ ਨਹੀਂ ਮੈਨੂੰ ਛੱਡਦਾ, ਹੁਣ ਇਹ ਨਹੀਂ ਮੈਨੂੰ ਛੱਡਦਾ। ਉਹ ਰਿਛ ਨੇ ਉਹਨੂੰ ਜੱਫਾ ਮਾਰ ਲਿਆ, ਕਹਿੰਦਾ ਭੂਰਾ ਮੈਂ ਤਾਂ ਛੱਡਦਾ, ਪਰ ਇਹ ਮੈਨੂੰ ਨਹੀਂ ਛੱਡਦਾ। ਹੁਣ ਇਸ ਵਾਸਤੇ ਜਿਹੜਾ ਨਾਮ ਮਹਾਂਪੁਰਖਾਂ ਦਾ, ਜਿਨ੍ਹਾਂ ਨੇ ਨਾਮ ਜਪਿਆ, ਦਿਨ ਰਾਤ ਮਿਹਨਤ ਕੀਤੀ ਹੈ, ਉਹ ਪੱਕੇ ਬੀਜ ਜਿਹੜੇ ਨਾਸ਼ ਨਹੀਂ ਹੁੰਦੇ, ਉਹ ਕਦੀ ਤਾਂ ਕਦੀ ਉਗਦੇ ਹੀ ਉਗਦੇ ਹੈ। ਉਹਨੂੰ ਅਸੀਂ ਛੱਡ ਦਈਏ, ਉਹ ਨਹੀਂ ਸਾਨੂੰ ਛੱਡਦਾ। ਹੁਣ ਸਵਾਮੀ ਜੀ ਮਹਾਰਾਜ ਸਾਧੂ ਦੇ ਬਾਰੇ ਫਰਮਾ ਰਿਹਾ ਹੈ, ਜੇ ਸਾਧੂ ਬਣਨਾ ਹੈ ਤੂੰ, ਤੇ ਕੀ ਤੇਰੇ ਵਿੱਚ ਇਹ ਗੁਣ ਆਏ ਕਿ ਨਹੀਂ? ਜੇ ਤੇਰੇ ਵਿੱਚ ਇਹ ਗੁਣ ਨਹੀਂ ਆਏ ਤੇ ਫਿਰ ਤੂੰ ਸਾਧੂ ਨਹੀਂ ਹੈਗਾ। ਇਹ ਚੀਜ਼ਾਂ ਤੇਰੇ ਵਿੱਚ ਆਉਣੀਆਂ ਚਾਹੀਦੀਆਂ। ਕੁਟਲ ਬਚਨ ਵੀ ਤੈਨੂੰ ਸਹਿਣੇ ਪੈਣੇ ਹੈ, ਕ੍ਰੋਧ ਵੀ ਤੈਨੂੰ ਇਸ ਨੂੰ ਵੀ ਖਤਮ ਕਰਨਾ ਹੈ। ਇਹ ਚੀਜ਼ਾਂ ਸਾਰੀਆਂ ਸਾਧ ਮਤ ਦੇ ਖਿਲਾਫ ਨੇ, ਇਹ ਸਾਰੀਆਂ ਖਿਲਾਫ ਨੇ। ਇਹਨਾਂ ਦੇ ਨਾਲ ਸਾਧ ਨਹੀਂ ਬਣ ਸਕਦਾ, ਸਾਧੂ ਨੂੰ ਜਰਨਾ ਪੈਂਦਾ ਸਭ ਕੁਛ। ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹੈ, ਜੇ ਕੋਈ ਸੁੱਟੇ ਗੁਦੜ ਕੂੜਾ ਪਾਂਗ ਰੂੜੀ ਸਹੀਏ। ਜੇ ਤੈਨੂੰ ਕੋਈ ਲਾਮੇ ਤਾਨੇ ਦਿੰਦਾ ਹੈ, ਕੁਛ ਵੀ ਕਹਿੰਦਾ, ਤੇ ਰੂੜੀ ਦੀ ਤਰ੍ਹਾਂ ਸਹੋ। ਜਿੱਦਾਂ ਰੂੜੀ ਦੇ ਉੱਤੇ ਹਰ ਇੱਕ ਚੀਜ਼, ਜੋ ਘਰ ਦੀ ਮਾੜੀ ਚੀਜ਼ ਹੁੰਦੀ ਹੈ, ਉਹ ਰੂੜੀ 'ਤੇ ਜਾ ਕੇ ਸੁੱਟਦੇ ਹਾਂ ਅਸੀਂ, ਬੇਕਾਰ, ਜਿਹਦਾ ਸਾਨੂੰ ਕੋਈ ਫਾਇਦਾ ਨਹੀਂ। ਪਰ ਇੱਕ ਦਿਨ ਉਸ ਰੂੜੀ ਦੇ ਵਿੱਚ ਇੱਕ ਐਸਾ ਤੱਤ ਪੈਦਾ ਹੋ ਜਾਂਦਾ ਹੈ, ਜਿਹੜਾ ਉਹ ਕਿਸੇ ਚੀਜ਼ ਵਿੱਚ ਨਹੀਂ ਹੁੰਦਾ। ਕੋਈ ਵੀ ਦੁਨੀਆ ਦੀ ਤੁਸੀਂ ਵੱਧ ਤੋਂ ਵੱਧ ਕੀਮਤਵਾਰ ਚੀਜ਼ ਲੈ ਲਓ, ਲੇਕਿਨ ਜੋ ਰੂੜੀ ਦੇ ਵਿੱਚ ਤੱਤ ਹੈ, ਉਹ ਉਹਦੇ ਵਿੱਚ ਨਹੀਂ ਹੈਗਾ। ਇਸੇ ਤਰ੍ਹਾਂ ਜਿਹੜੇ ਸਾਧੂ ਦਿਨ ਰਾਤ ਨਾਮ ਦੀ ਕਮਾਈ ਕਰਦੇ ਹੈ, ਉਹ ਲਾਮੇ ਤਾਨੇ ਸਾਰੇ ਸਹਿੰਦੇ ਹੈ, ਜੋ ਵੀ ਉੱਚੇ ਨਾਮਾ ਹੁੰਦਾ ਸਭ ਕੁਝ ਸਹਿੰਦੇ ਹੈ, ਫਿਰ ਉਹਨਾਂ ਵਿੱਚ ਵੀ ਉਹ ਤੱਤ ਪੈਦਾ ਹੋ ਜਾਂਦਾ। ਉਹਨਾਂ ਵਿੱਚ ਉਹ ਸ਼ਕਤੀ ਆ ਜਾਂਦੀ ਹੈ ਜਿਹੜੀ ਕਿਸੇ ਵਿੱਚ ਨਹੀਂ ਆਉਂਦੀ, ਜਾਂ ਮੁੱਲ ਨਹੀਂ ਵਿਕਦੀ, ਜਾਂ ਉਹ ਕਿਸੇ ਭੇਖ ਨਾਲ ਨਹੀਂ ਆ ਸਕਦੀ, ਗੱਲਾਂ ਬਾਤਾਂ ਦਾ ਮਜ਼ਮੂਨ ਨਹੀਂ। ਉਹ ਤਾਕਤ ਕੁਦਰਤੀ ਹੀ ਉਹਨਾਂ ਦੇ ਵਿੱਚ ਆ ਜਾਂਦੀ ਹੈ। ਇਸ ਵਾਸਤੇ ਸਵਾਮੀ ਜੀ ਮਹਾਰਾਜ ਬਾਣੀ ਜੋ ਫਰਮਾ ਰਹੇ ਹੈ, ਸਾਡੀ ਮਜ਼ਬੂਤੀ ਵਾਸਤੇ, ਸਾਨੂੰ ਸਮਝਾਉਣ ਵਾਸਤੇ ਕਿ ਅਗਰ ਤੂੰ ਸਾਧੂ ਬਣਨਾ ਹੈ ਤੇ ਆਹ ਗੱਲਾਂ ਸੋਚ ਲੈ, ਇਹਨਾਂ ਨੂੰ ਬਰਦਾਸ਼ਤ ਕਰਨਾ ਪਏਗਾ। ਅਗਰ ਤੂੰ ਬਰਦਾਸ਼ਤ ਨਹੀਂ ਕਰ ਸਕਦਾ ਤੇ ਫਿਰ ਜੋ ਤੂੰ ਕੀਤਾ ਹੋਵੇਗਾ ਉਹ ਤੇਰਾ ਫਟਾਫਟ ਨਾਸ਼ ਹੋ ਜਾਏਗਾ। ਜਿਹੜੀ ਅਸੀਂ ਕਮਾਈ ਕਰਾਂਗੇ, ਕ੍ਰੋਧ ਆਏਗਾ ਉਹ ਖਤਮ ਹੋ ਜਾਏਗੀ, ਲੋਭ ਆਏਗਾ ਖਤਮ ਹੋ ਜਾਏਗੀ, ਔਰ ਕੋਈ ਸਾਡੇ ਵਿੱਚ ਕੋਈ ਐਸਾ ਬੈਲਦਾਰੀ ਆ ਜਾਏਗੀ, ਸਾਡੀ ਕਮਾਈ ਖਤਮ ਹੋ ਜਾਏਗੀ। ਇਹ ਸਭ ਕੁਝ ਹੀ ਸਾਧੂ ਨੂੰ ਜਰਨਾ ਪੈਂਦਾ ਹੈ। ਹਾਂਜੀ। ਮਾਨ ਨਾ ਛੋੜੋ, ਕ੍ਰੋਧ ਨਾ ਛੋੜੋ। ਸੰਤਾਂ ਦੀ ਬਾਣੀ ਜਿਨ੍ਹਾਂ ਨੇ ਨਾਮ ਜਪਿਆ, ਉਹਨਾਂ ਦੀ ਬਾਣੀ ਸੁਣ ਕੇ ਸਾਨੂੰ ਉਹਦੇ 'ਤੇ ਤਜਰਬੇ ਕਰਨੇ ਚਾਹੀਦੇ ਹੈ, ਔਰ ਉਹਦੇ 'ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਹਾਰਾਜ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਨੇ ਫਰਮਾਇਆ, ਰਾਮਾ ਹਮ ਦਾਸਨ ਦਾਸ ਕਰੀਜੇ। ਐ ਰਾਮ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਦੇ।
देखो कितनी निम्रता, कितना प्यार कि तू अपना भी दास नहीं बना, ਜਿਹੜੇ तेरे दास ने तू उन्हों का दास मैनू बना दे। ये साध बनने का तरीका है। जे साढ़े विच ये गुण नहीं आउंदे तो फिर असी साध किदां बन सकते हैं? जे बन भी जावांगे तो फायदा की होगा? सब तो पहला सानू इस लैन ते चलना पेगा। जे इस लैन ते असी चलांगे, बर्दाश्त करांगे, तो साड़ी मेहनत जिहड़ी है वो जमै होंदी जाएगी। हजूर जिन्हां दा दरबार है, कई बार फरमाउंदे हुंदे सी कि जिहदा गीजा पाटा होएगा वो कमाई कर करके अपने गीजे च पाई जाएगा, थल्ले डिगदी रहेगी। गीजा कह दो, जेब कह दो, पैकेट कह दो, जो तुहाडी मर्जी है। अगर वो पाटी होएगी, तुसी उहदे विच कमाई करके पाओगे, उस थल्ले गिर जाएगी। साड़ी भी कमाई जिहड़ी असी करांगे, परमार्थ कमावांगे, भजन करांगे जां होर कुछ करांगे, दान पुण्य करांगे, जे साडे विच ये चीज़ां आ गईयां, प्रवेश कर गईयां, तो साड़ी कमाई भी उस तरह जिस तरह जेब चों पैसे निकल जाते हैं, इस तरह ये भी निकल जाएगी। असी खाली दी खाली हो जावांगे। जिन्हां फकीरां ने दिन रात नाम जपिया, उन्होंने सब कुछ सहा। उन्होंने असी चोर भी कहने, बदमाश भी कहने, उन्होंने असी बेले भी कहने, बेले चुट खाते हैं जी, ये करते हैं जी, वो करते हैं जी। वो चुप करके सहंदे रहंदे हैं, वो चुप करके इन्हां गल्लां नूं बर्दाश्त करते रहंदे हैं ते अपने प्रभु परमात्मा दे नाल ध्यान लाते हैं, उहदा सिमरन करते रहंदे हैं। साध मत वास्ते स्वामी जी महाराज सानू समझा रहे हैं कि तू साध मत विच आउणा है तो इन्हां गल्लां नूं बर्दाश्त करना पएगा। जे बर्दाश्त करेगा तो फिर तेरी कमाई जिहड़ी वो जमै होंदी जाएगी। जे तू कोई सेवा करेगा, दान पुण्य करेगा, भजन करेगा, होर कुछ करेगा, वो तेरा जिस तरह एक कख अड़दा किते ते उहदे नाल कई कख अड़ जांदे आ, उत्थे थल बन जाते हैं, दरियावां दे थल बन जाते। दरिया बगदे जिहड़े है पासे ते हो जाते हैं। तुसीं देखिया कई दरियावां दीयां जगह, कई दरिया बगदे जिहड़े है एक एक कख नाल अड़दियां अड़दियां उत्ते दरेड़े बन जाते हैं और वो जमीनां बन जांदियां ने। और दरिया जिहड़ा दरिया शर्म दा मारा पिछे हो जाता और उस जगह ते कई जीवां नूं फिर फायदा होना शुरू हो जाता, फसल होना शुरू हो जाते हैं, सब्जियां हो जांदियां ने, और घास फूस हो जाता, जानवरां नूं फायदा होंदा, पशुओं नूं फायदा होंदा। इस तरह असी नाम की कमाई ये तुहानूं दसनी नहीं किसी ने। तुसीं जाओ किसी सत्संग दे विच, जे तुहानूं दसूगा तो मैनूं दस्सिओ आके। ये गल्लां तुहानूं दसणियां नहीं किसी ने भी। हाँ जी। मान ना छोड़ो, क्रोध ना छोड़ो, कुटिल बचन नहीं सहते। बाबा जी जिन्हों ने 40 साल तपस्या की है, उन्होंने दे विच ये गुण सारे आए। उन्होंने दे कहानियां कथा असीं सुनिया, उन्हें सुनाइया ने, क्योंकि जिहड़ा करदा है, जो करदा वो दसदा है, सुणाउंदा है। जिन करना कुछ नहीं, उन्हें दसना की किसी नूं, उन्हें दसना भी की है। जिहड़ा करदा है वो एक एक गल दसेगा भी ऐदां दी ऐदां करो, ऐसा करो। कई लोग उन्होंने वक्त आउंदे हुंदे सी, भजन करते, कईयां ने जबरदस्ती करनी, काली करनी। ये सहज मत है, ये काली की जरूरत नहीं है, जबरदस्ती की जरूरत नहीं है। इत्थे शांति की जरूरत है और सहज पक्के सुमिठा होए। ये बंदगी जिहड़ी है सहजे सहजे है। कई बंदे कई बार रोटी छड्ड देंदे, कई बार पानी छड्ड देंदे, कई बार वो जबरदस्ती कहंदे असीं ज़्यादा बह जाने आ, कई बार उन्हां दे अंदर गर्मी पैदा हो जाती है, गर्मी नाल उन्हां दा दिमाग खराब हो जाता।
ਹੁਣ ਇਸ ਚੀਜ਼ ਦੀਆਂ ਦਵਾਈਆਂ ਜਿਹੜੀਆਂ ਨੇ, ਜਿਨ ਕੰਮ ਕੀਤਾ ਉਹਦੇ ਕੋਲ ਨੇ, ਉਹ ਦੱਸੇਗਾ। ਜਿਸ ਨੇ ਨਹੀਂ ਕੀਤਾ ਉਹ ਨਹੀਂ ਦੱਸ ਸਕਦਾ। ਕਈ ਐਸੇ ਵੀ ਆਉਂਦੇ ਹੁੰਦੇ ਸੀ ਜਿਨ੍ਹਾਂ ਨੂੰ ਬਾਬਾ ਜੀ ਨੇ ਕਹਿਣਾ ਤੁਸੀਂ ਇਸ ਤਰ੍ਹਾਂ ਕਰੋ, ਹੁਣ ਤੁਸੀਂ ਥੋੜ੍ਹਾ ਸੈਰ ਕਰੋ ਔਰ ਕੌੜਾ ਤੇਲ ਲੈ ਕੇ ਉਸ ਨੂੰ ਗਰਮ ਕਰ ਲਓ, ਗਰਮ ਕਰਕੇ ਆਪਣੀ ਕਿਸੇ ਸ਼ੀਸ਼ੀ 'ਚ ਪਾ ਲਓ। ਜਦੋਂ ਖਾਣਾ ਖਾਣ ਲੱਗੋਗੇ ਤੁਸੀਂ ਆਪਣੇ ਸਬਜ਼ੀ ਭਾਜੀ ਵਿੱਚ ਛੜਾਕੀ, ਆਦਿ ਛੜਾਕੀ ਜਿੰਨਾ ਵੀ ਤੁਸੀਂ ਖਾਓਗੇ ਉਹਨੂੰ ਪਾ ਲਿਓ। ਤੁਹਾਡੇ ਅੰਦਰੋਂ ਜਿਹੜੀ ਉਹ ਗੈਸ ਤੁਹਾਡੇ ਅੰਦਰ ਪੈਦਾ ਹੋਇਆ ਉਹ ਖਤਮ ਹੋ ਜਾਏਗਾ। ਇਸ ਤਰ੍ਹਾਂ ਦੇ ਕਈ ਪ੍ਰੇਮੀਆਂ ਨੂੰ ਜਿਹੜੇ ਭਜਨ ਕਰਦੇ ਸੀ, ਕਈ ਕਾਲੀ ਫਿਰ ਕਹਿਣਾ ਕਾਲੀ ਕਰਨ ਦੀ ਲੋੜ ਨਹੀਂ, ਸਹਿਜੇ ਸਹਿਜੇ ਖਾਣਾ ਵੀ ਖਾਣਾ, ਸੈਰ ਵੀ ਕਰੋ, ਕੰਮ ਵੀ ਕਰੋ, ਭਜਨ ਵੀ ਕਰੋ, ਤਾਂ ਕਿ ਸਹਿਜੇ ਸਹਿਜੇ ਹਰ ਇੱਕ ਬੰਦਾ ਚੁਬਾਰੇ 'ਤੇ ਛਾਲ ਮਾਰ ਕੇ ਨਹੀਂ ਜਾ ਸਕਦਾ, ਪੌੜੀਆਂ ਚੜ੍ਹ ਚੜ੍ਹ ਕੇ ਜਾ ਸਕਦਾ। ਇੱਕ ਇੱਕ ਕਦਮ ਨਾਲ ਬੰਦਾ ਕਿੱਥੇ ਪਹੁੰਚ ਜਾਂਦਾ। ਜੇ ਕਹੇ ਕਿ ਮੈਂ ਛਾਲ ਮਾਰ ਕੇ ਉੱਪਰ ਚਲੇ ਜਾਂ ਤਾਂ ਕਿੱਦਾਂ ਜਾਏਗਾ, ਕਿਸ ਤਰ੍ਹਾਂ ਜਾਏਗਾ? ਇੱਕ ਇੱਕ ਪੌੜੀ ਦੇ ਨਾਲ ਉੱਪਰ ਚੁਬਾਰਿਆਂ 'ਤੇ ਜਾ ਸਕਦਾ ਹੈ। ਇਸ ਤਰੀਕੇ ਨਾਲ ਜਿਹਨਾਂ ਨੇ ਕੰਮ ਕੀਤੇ ਹੈ ਉਹਨਾਂ ਨੂੰ ਇਹ ਤਜਰਬੇ ਉਹ ਦੱਸਦੇ ਆ ਵੀ ਇਸ ਤਰ੍ਹਾਂ ਕਰਨਾ ਹੈ, ਜ਼ਬਰਦਸਤੀ ਦੀ ਜ਼ਰੂਰਤ ਨਹੀਂ ਹੈ। ਹਾਂਜੀ। काम न छोड़ो, क्रोध न छोड़ो, कुटिल बचन नहीं सहते। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਕਾਮ ਨਾ ਛੋੜੋ, ਕ੍ਰੋਧ ਨਾ ਛੋੜੋ, ਕੁਟਲ ਬਚਨ ਨਹੀਂ ਸਹਤੇ। ਇਹ ਦੋ ਸ਼ਕਤੀਆਂ ਜਿਹੜੀਆਂ ਕਾਮ ਕ੍ਰੋਧ, ਇਹ ਅੱਗ ਸੰਤ ਕਹਿੰਦੇ ਕਿ ਅੱਗ ਹੈ। ਇਹ ਜਿਸ ਪਾਸੇ ਵੀ ਜਾਏਗਾ, ਇਹ ਪਹਿਲਾਂ ਤਾਂ ਉਹਦਾ ਆਪਣਾ ਆਪ ਮਕਾਨ, ਜਿੱਥੇ ਅੱਗ ਲੱਗਦੀ ਹੈ ਕਿਸੇ ਮਕਾਨ ਨੂੰ, ਜਿੱਥੇ ਅੱਗ ਲੱਗਦੀ ਹੈ ਪਹਿਲਾਂ ਉਹ ਫੁਕਾਉਂਦਾ ਹੈ, ਉਹਦੇ ਬਾਅਦ ਜਿਹੜਾ ਗੁਆਂਢੀਆਂ ਦਾ ਹੁੰਦਾ ਫਿਰ ਉੱਧਰ ਅੱਗ ਜਾਂਦੀ ਹੈ। ਜਿਸ ਦੇ ਅੰਦਰ ਕ੍ਰੋਧ ਆਉਂਦਾ ਹੈ ਸਭ ਤੋਂ ਪਹਿਲਾਂ ਤਾਂ ਉਹਦਾ ਮਕਾਨ ਖਤਮ ਹੁੰਦਾ ਹੈ, ਉਸ ਤੋਂ ਬਾਅਦ ਜਿਹੜਾ ਦੂਜੇ 'ਤੇ ਕਰੇਗਾ ਫਿਰ ਉਹ ਰਹਿੰਦਾ ਖਿਆਂਦਾ ਉਹਦੇ 'ਤੇ ਜਾਂਦਾ ਹੈਗਾ। ਇਹ ਅੱਗ ਹੈ। ਸੰਤ ਕਹਿੰਦੇ ਕਿ ਇਸ ਅੱਗ ਨੂੰ ਖਤਮ ਕਰਨਾ ਹੈ। ਅਤੇ ਕਿਸ ਤਰ੍ਹਾਂ ਅਸੀਂ ਖਤਮ ਕਰਨਾ ਹੈ? ਭਜਨ ਦੇ ਜ਼ਰੀਏ। ਜਿਉਂ-ਜਿਉਂ ਅਸੀਂ ਭਜਨ ਕਰਾਂਗੇ ਸੰਤਾਂ ਮਹਾਂਪੁਰਖਾਂ ਦੇ ਕਹਿਣ 'ਤੇ, ਇਹ ਆਸਤੇ ਆਸਤੇ ਸਾਡੇ ਅੰਦਰੋਂ ਅੱਗ ਜਿਹੜੀ ਖਤਮ ਹੋਣਾ ਸ਼ੁਰੂ ਹੋ ਜਾਏਗੀ। ਕੱਖ ਪਾਇਆ ਅੱਗ ਖਤਮ ਨਹੀਂ ਹੁੰਦੀ, ਇਹਦੇ 'ਤੇ ਪਾਣੀ ਪਾਇਆ ਖਤਮ ਹੁੰਦੀ। ਅਤੇ ਸ਼ਬਦ ਦੀ ਕਮਾਈ ਜਿਹੜੀ ਕਰਨੀ ਹੈ, ਸਿੱਖਣਾ, ਉਹ ਪਾਣੀ ਪਾਣਾ ਹੈ। ਅਤੇ ਅੱਗ 'ਤੇ ਤੁਸੀਂ ਬਹਿਸ ਮੁਹਾਸਾ ਕਰੋ, ਇੱਕ ਦੂਜੇ ਨੂੰ ਗਾਲਾਂ ਦੇਵੇ, ਦੂਜਾ ਦੂਜੇ ਨੂੰ ਗਾਲਾਂ ਦੇਵੇ, ਆਪੇ ਕੱਖ ਪੈਂਦੇ ਜਾਂਦੇ, ਅੱਗ ਮੱਚਦੀ ਜਾਂਦੀ ਹੈ। ਕਦੀ ਮੱਠੀ ਵੀ ਹੁੰਦੀ ਹੈ, ਇੱਕ ਦੂਜੇ ਨੂੰ ਦਿੰਦਾ, ਦੂਜਾ ਦੂਜੇ ਨੂੰ ਦਿੰਦਾ। ਕ੍ਰੋਧ ਦੀਆਂ ਗੱਲਾਂ ਕਰੇਗਾ, ਉਹ ਕੱਖ ਪਾਈ ਜਾਓ ਅਤੇ ਉਹ ਮੱਗੀ ਜਾਏਗੀ ਅੱਗ। ਸੈਂਤ ਨਾਮ ਜਪਦੇ ਹੈ, ਈਸ਼ਵਰ ਦੀ ਭਗਤੀ ਕਰਦੇ ਹੈ, ਉਹਦੇ 'ਤੇ ਪਾਣੀ ਪਾਉਂਦੇ ਹੈ, ਉਸ ਦੇ ਨਾਲ ਉਹ ਅੱਗ ਜਿਹੜੀ ਠੰਡੀ ਹੁੰਦੀ ਹੈ, ਮੱਠੀ ਹੋ ਜਾਂਦੀ ਹੈ, ਉਹ ਬਚ ਜਾਂਦਾ ਹੈ। ਜਿਸ ਨੂੰ ਅੱਗ ਲੱਗ ਗਈ ਉਹ ਸੜ ਗਿਆ ਮਕਾਨ, ਉਹਦੇ ਕੁਛ ਵੀ ਨਹੀਂ ਉਹਦੇ ਨਜ਼ਰ ਆਉਂਦਾ। ਫਿਰ ਮਕਾਨ ਦੇ ਵਿੱਚ ਜੋ ਜਾਇਦਾਦ ਹੁੰਦੀ ਉਹ ਵੀ ਸੜ ਜਾਂਦੀ ਹੈਗੀ। ਹਾਂਜੀ। कोमल चित न कोमल बोली, दया पाव नहीं लेते। स्वामी जी महाराज सानू ये सिक्ख्या दे रहे है। संतां दा बाणी विच कहण दा मकसद की है कि सानू वो सिखा रहा है, सानू पट्टी पढ़ा रहा है। ये सानू दस रहा भी इस तरीके नाल तुसी चलना है। कोमल चित रखो और अपनी बोली च भी फर्क पाओ, बोली भी कोमल और दया भाव अंदर रखो। ये सारियां चीज़ां जिहड़ियां ने साडे बचाओ दा रस्ता है। इहदे नाल ही असीं बच सकते हैं और दूसरियां चीज़ां नाल असीं बच नहीं सकते। स्वामी जी महाराज फरमाते हैं, कुंभल चित्त दया मन तारो परमार्थ का खोज लगाना।
ਕਿ ਪਰਮਾਰਥੀ ਤਦ ਹੀ ਤੂੰ ਬਣ ਸਕਦਾ ਹੈ ਜੇ ਇਹ ਗੁਣ ਤੇਰੇ ਵਿੱਚ ਆਉਣਗੇ। ਇਹ ਸਾਧ ਮਤ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਇਸ ਤਰੀਕੇ ਨਾਲ ਤੁਸੀਂ ਤੁਰਨਾ ਹੈ, ਇਹਨਾਂ ਚੀਜ਼ਾਂ ਨੂੰ ਤੁਸੀਂ ਬਰਦਾਸ਼ਤ ਕਰਨਾ ਹੈ। ਹਾਂਜੀ। ਕੋਮਲ ਚਿਤ ਨ ਕੋਮਲ ਬੋਲੀ, दया पाव नहीं ले से, आप पुजावत काहू न पूजत, माग माग तन जोड़त पैसे। ਇਹ ਸਾਧੂ ਦੇ ਬਾਰੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਆਪਣੇ ਆਪ ਨੂੰ ਪੁਜਾਣ ਦੀ ਕੋਸ਼ਿਸ਼ ਕਰਦਾ ਕਿ ਮੈਨੂੰ ਪੂਜੋ, ਮੈਨੂੰ ਮੰਨੋ, ਮੇਰਾ ਆਦਰ ਮਾਣ ਕਰੋ, ਔਰ ਜੋੜ ਜੋੜ ਕੇ ਧਨ ਪਦਾਰਥ ਇਕੱਠਾ ਕਰਦਾ ਹੈ, ਔਰ ਦੂਸਰਿਆਂ ਪਾਸੋਂ ਆਪਣੇ ਆਪ ਨੂੰ ਪੁਜਾਣ ਦੀ ਕੋਸ਼ਿਸ਼ ਕਰਦਾ ਹੈ। ਪੂਜਣ ਦੀ, ਕਿਸੇ ਨੂੰ ਪੂਜਣ ਦੀ ਕੋਸ਼ਿਸ਼ ਨਹੀਂ ਕਰਦਾ। ਅਸੀਂ ਬਾਣੀ ਦਾ ਤਜਰਬਾ ਕਰਨਾ, ਬਾਣੀ ਨੂੰ ਸੁਣਨਾ ਹੈ ਕਿ ਜਿਤਨੇ ਵੀ ਸੰਤ ਮਹਾਂਪੁਰਖ ਹੋਏ ਹੈ ਉਹਨਾਂ ਨੇ ਕਿਸੇ ਨੂੰ ਪੂਜਿਆ ਕਿ ਜਾਂ ਉਹ ਆਪੇ ਪਹਿਲੇ ਪੁਜਾਇਆ। ਸਭ ਤੋਂ ਪਹਿਲਾਂ ਉਹਨਾਂ ਸੇਵਾ ਕੀਤੀ ਹੈ, ਫਿਰ ਉਹਨਾਂ ਨੂੰ ਸੇਵਾ ਦਾ ਫਲ ਮਿਲਿਆ। ਹਰ ਇੱਕ ਚੀਜ਼ ਦਾ ਫਲ ਸਾਨੂੰ ਮਿਲਦਾ ਹੈ। ਦੁਨੀਆ ਦੀ ਵੀ ਮਿਸਾਲ ਤੁਸੀਂ ਲੈ ਲਓ, ਕੋਈ ਵੀ ਦੁਨੀਆ ਦੀ ਚੀਜ਼ ਹੈ, ਤੁਸੀਂ ਜ਼ਮੀਨ ਦੀ ਸੇਵਾ ਕਰੋਗੇ ਤੁਹਾਨੂੰ ਕਣਕ ਚੌਲ ਸਬਜ਼ੀਆਂ ਸਭ ਕੁਝ ਦੇਗੀ। ਪਸ਼ੂ ਦੀ ਸੇਵਾ ਕਰੋਗੇ ਤੁਹਾਨੂੰ ਦੁੱਧ ਨਹੀਂ ਦੇਗਾ। ਕਿਸੇ ਬਰਿਸ਼ ਦੀ ਸੇਵਾ ਕਰੋਗੇ ਤੁਹਾਨੂੰ ਉਹ ਫਲ ਦੇਗਾ ਕਿ ਜਾਂ ਸੇਵਾ ਦੇ ਪਹਿਲਾਂ ਤੁਹਾਨੂੰ ਫਲ ਮਿਲ ਜਾਏਗਾ, ਜਾਂ ਸੇਵਾ ਦੇ ਪਹਿਲਾਂ ਤੁਹਾਨੂੰ ਦੁੱਧ ਦਹੀਂ ਮਿਲ ਜਾਏਗਾ। ਜ਼ਮੀਨ ਦੀ ਸੇਵਾ ਨਾ ਕਰੋਗੇ ਤੁਹਾਨੂੰ ਕਣਕ ਚੌਲ ਪਹਿਲਾਂ ਮਿਲ ਸਕਦੇ ਹੈ। ਸਾਰੇ ਸੰਤ ਮਹਾਂਪੁਰਖ ਜਿਤਨੇ ਵੀ ਦੁਨੀਆ 'ਤੇ ਆਏ ਹੈ, ਚਾਹੇ ਕੋਈ ਹਿੰਦੂ ਆਇਆ, ਚਾਹੇ ਮੁਸਲਮਾਨ, ਚਾਹੇ ਈਸਰੀ ਹੈ, ਚਾਹੇ ਪੁਰਸ਼ ਹੈ, ਉਹਨਾਂ ਪਹਿਲਾਂ ਸੇਵਾ ਕੀਤੀ ਹੈ, ਫਿਰ ਉਹਨਾਂ ਨੂੰ ਬਾਅਦ ਵਿੱਚ ਉਹਦਾ ਫਲ ਮਿਲਿਆ। ਸਵਾਮੀ ਜੀ ਮਹਾਰਾਜ ਸਾਨੂੰ ਸਮਝਾ ਰਹੇ ਹੈ ਕਿ ਭਾਈ ਤੇਰਾ ਫਰਜ਼ ਹੈ ਪਹਿਲਾਂ ਤੂੰ ਸੇਵਾਦਾਰ ਬਣ, ਤੂੰ ਸੇਵਾ ਕਰ, ਸੇਵਾ ਕਰਾ ਨਾ। ਸੇਵਾ ਕਰਾਏਗਾ ਤੇਰੇ 'ਚ ਮਾਣ ਆ ਜਾਏਗਾ, ਤੇਰਾ ਲੇਖਾ ਕੀਤਾ ਖਤਮ ਹੋ ਜਾਏਗਾ ਜੋ ਤੂੰ ਕੀਤਾ ਹੋਏਗਾ। ਕੀਆ ਕਰਾਇਆ ਸਭ ਗਿਆ ਜਦੋਂ ਆਇਆ ਹੰਕਾਰ, ਤੇਰਾ ਮਾਣ ਖੁਦਾ ਨੂੰ ਨਾ ਭਾਵੇ, ਬੰਦਿਆ ਤੂੰ ਮਾਣ ਨਾ ਕਰੀ। ਜਦੋਂ ਵੀ ਕੋਈ ਸੇਵਾ ਕਰਾਉਂਦਾ ਉਹਦੇ 'ਚ ਫਿਰ ਮਾਣ ਆ ਜਾਂਦਾ, ਪੱਲੇ ਕੁਛ ਹੁੰਦਾ ਨਹੀਂ। ਉਸ ਮਾਣ ਨੂੰ ਫਿਰ ਉਹ ਥੰਮ ਨਹੀਂ ਸਕਦਾ, ਫਿਰ ਉਹਨੂੰ ਨਸ਼ਟ ਕਰ ਦਿੰਦਾ ਹੈਗਾ। ਇਸ ਵਾਸਤੇ ਸਵਾਮੀ ਜੀ ਮਹਾਰਾਜ ਬਾਣੀ ਜੀ ਜੋ ਫਰਮਾ ਰਹੇ ਹੈ, ਸਾਨੂੰ ਇਹ ਸਿੱਖਿਆ ਦੇ ਰਹੇ ਹੈ ਕਿ ਤੇਰਾ ਫਰਜ਼ ਹੈ ਕਿ ਪਹਿਲਾਂ ਤੂੰ ਸੇਵਾ ਕਰ। ਸੇਵਾ ਕਰ, ਉਸ ਬ੍ਰਿਸ਼ ਦੀ ਸੇਵਾ ਕਰ ਜਿਹਦੇ ਤੂੰ ਫਲ ਲੈਣਾ ਹੈ, ਉਸ ਪਸ਼ੂ ਦੀ ਸੇਵਾ ਕਰ ਜਿਹਦੇ ਤੂੰ ਦੁੱਧ ਦਹੀਂ ਲੈਣਾ ਹੈ, ਉਹ ਜ਼ਮੀਨ ਦੀ ਸੇਵਾ ਕਰ ਜਿਹਦੇ 'ਚੋਂ ਕਣਕ ਚੌਲ ਲੈਣੇ। ਜੇ ਤੂੰ ਉਸ ਮਾਲਕ ਦਾ ਰਸਤਾ ਲੈਣਾ ਹੈ ਤੇ ਕਿਸੇ ਸਾਧੂ ਸੰਤ ਦੀ ਸੇਵਾ ਕਰ, ਜਿਹਨੇ ਅੱਗੇ ਕੀਤੀ ਹੋਵੇਗੀ, ਜਿਸ ਨੇ ਉਸ ਰਾਹ 'ਤੇ ਚੱਲਿਆ ਹੈ, ਜਿਸ ਨੇ ਉਸ ਚੀਜ਼ ਨੂੰ ਦੇਖਿਆ ਜਾਂ ਪਾਇਆ ਹੈ, ਤੂੰ ਉਹਦੀ ਸੇਵਾ ਕਰ, ਉਹਦੇ ਹੁਕਮ 'ਚ ਚੱਲ। ਮਾਣ ਨਾ ਕਰ, ਪਹਿਲਾਂ ਨਾ ਕਰਾ ਕੁਛ ਵੀ, ਪਿੱਛੇ ਆਟੋਮੈਟਿਕ ਹੀ ਆਪਣੇ ਆਪ ਹੀ ਹੁੰਦੀ ਹੈ, ਫਿਰ ਕਰਨ ਦੀ ਲੋੜ ਹੀ ਨਹੀਂ, ਕਰਾਉਣ ਦੀ ਜ਼ਰੂਰਤ ਨਹੀਂ। ਜਿਤਨੇ ਵੀ ਸੰਤ ਮਹਾਂਪੁਰਖ ਹੋਏ ਹੈ ਉਹਨਾਂ ਕਿਸੇ ਨੇ ਕਿਹਾ ਵੀ ਸਾਡੀ ਤੁਸੀਂ ਸੇਵਾ ਕਰੋ। ਅਸੀਂ ਲੋਕ ਆਪੇ ਕਰਦੇ ਹਾਂ, ਉਹਨਾਂ ਦੇ ਸਾਲ ਅਸੀਂ ਦਿਨ ਮਨਾਉਂਦੇ ਹਾਂ, ਉਹ ਸਾਨੂੰ ਕਹਿਣ ਦੇ ਤੁਸੀਂ ਸਾਡੇ ਦਿਨ ਮਨਾਓ। ਕਿਉਂ ਕਰਦੇ ਹਾਂ? ਲੱਖਾਂ ਰੁਪਈਏ ਅਸੀਂ ਖਰਚ ਕਰਦੇ ਹਾਂ, ਸਾਰੇ ਉਹਨਾਂ ਦਾ ਆਦਰ ਮਾਣ ਕਰਦੇ ਹਾਂ, ਉਹ ਦੁਨੀਆ ਤੋਂ ਚਲਾ ਵੀ ਗਏ ਹੈ। ਜਾਣੇ ਸਰੀਰ ਜਿਹੜੇ ਹੈ, ਸਰੀਰ ਹੀ ਬਦਲਣਾ, ਬਾਕੀ ਚੀਜ਼ ਤਾਂ ਨਹੀਂ ਬਦਲਦੀ। ਲੇਕਿਨ ਅਸੀਂ ਲੋਕ ਫਿਰ ਵੀ ਲੱਖਾਂ ਰੁਪਏ ਉਹਨਾਂ ਦੇ ਨਾਂ 'ਤੇ ਖਰਚ ਕਰਦੇ ਹਾਂ, ਜੱਗ ਲਾਉਂਦੇ ਹਾਂ, ਉਹਨਾਂ ਦੇ ਦਿਨ ਤਿਉਹਾਰ ਮਨਾਉਂਦੇ ਹਾਂ। ਕਿਉਂ ਮਨਾਉਂਦੇ ਹਾਂ? ਉਹਨਾਂ ਨੇ ਨੇਕ ਪਾਕ ਕੰਮ ਕੀਤੇ, ਅੱਛੇ ਕੰਮ ਕੀਤੇ ਹੈ, ਅੱਛੇ ਕੰਮਾਂ ਦਾ ਜਿਹੜਾ ਰਿਜ਼ਲਟ ਹੈ ਉਹ ਅੱਛਾ ਹੈ। ਇਸ ਵਾਸਤੇ ਅਸੀਂ ਲੋਕ ਉਹਨਾਂ ਦੇ ਦਿਨ ਮਨਾਉਂਦੇ ਹਾਂ,
ਲੱਖਾਂ ਰੁਪਈਏ ਜਿਤਨੀ ਸ਼ਰਧਾ ਕਿਸੇ 'ਚ ਹੁੰਦੀ ਹੈ ਕੋਈ ਆਪਣੇ ਕਮਾਈ 'ਚੋਂ ਲਗਾਉਂਦਾ ਹੈਗਾ। ਇਸ ਵਾਸਤੇ स्वामी जी महाराज जो बाणी 'ਚ फरमा रहे, ठीक फरमा रहे है कि भाई तू पहले आपे सेवादार बन, आपे सेवादार बन, फिर तेनू कहण की जरूरत नहीं हैगा। फिर वो कुदरती ही उपरों ही हुक्म आ जाता है, सब कुछ उपरों ही आना। फल जदों बड़ प्राप्त होया दरख्त उन्हें फल देना ही देना हैगा, ये नहीं कि नहीं देना हैगा। हाँ जी। आप पुजावत काहू न पूजत, माग माग तन जोड़त पैसे, काम क्रोध छूटा लोभ न छूटा, मोई रखा डारत पीसे। गुरु साहब जी साधु दे बारे फरमा रहे है, काम क्रोध तू छुटा नहीं, मोह ईर्खा तू नहीं छुटा। ईर्खा भी चलती रही है। जद ईर्खा करता है तो साधपुणा किधर गया। एक पासे बाणी 'ਚ लिखिया सरबत का भला, वो सरबत का भला कित्थों होया। जद असी एक दूसरे की ईर्खा करनी है से सरबत का भला किस तरह होया। स्वामी जी महाराज इसे वास्ते फरमाउंदे है, सबको सुख पजा तेरे भले को कहो, सबको मिठा बोल तेरे भले को कहो। इस नूं अच्छा काम करन दा, सब नूं मिठा जिहड़ा बोलना है वो सारिਆਂ ਨੂੰ सुख पजाण दी। और किसी नाल सुख चीज़ तुसी खाना खवा दो, किसी नूं कोई भैड़ी गल कह दिओ वही सुहा बन जाती। कपड़ा दे दोगे, पैसे दे दोगे, कोई माड़ी गल कह दोगे, वो कुछ भी नहीं रहेगा पल्ले। तुसी मिठी जबान नाल प्यार नाल तुसी बोलोगे, उन्होंने ठंड पै जाएगी, वो खुश हो जाएगा तुहाडे ते। एक पातशाह का नौकर सी ते पातशाह ने नौकर नूं कहा कि अज कौड़े तो कौड़ा खाना बना। नौकर जिहड़ा सी वो कोई साधुआं संतां दी सेवा करदा हुंदा सी, संगत करदा सी, उहनूं कोई समझ सी। उसने एक जबान का नक्शा बना के तल के अगे रख दिता। पातशाह कहता है ये की कौड़ा हैगा। नौकर ने कहा महाराज ये बहुत कौड़ा है, ये खाना बहुत कौड़ा है। जिस घर में इहदा वरताओ हो जाता है वो घर की फलटी फलटी हो जाती, प्यो पुत दे दुश्मन बन जाते, भरा भरा दे दुश्मन बन जाते, कतलो आम होना शुरू हो जाता है। जिस पिंड विच ये खाना चला जाता पिंड की तपाई कर दिंदा, जिस राज विच ये खाना चला जाता है राज की तपाई कर दिंदा। कैरों पांडवां दा जंग होया काहदे नाल होया? जबान तो होया। पातशाह नूं मनना पिया कि ठीक है, कौड़ी जबान किसी नूं कह दो, कुछ कह दो। आबत गाली कबीर साहब ने कहा, आबत गाली एक है, उल्ट गाली नेक। कहे कबीर ना उल्टी है, एक ही एक वो एक होगी, उन्होंने उल्टो ना, एक आइए तो एक रहेगी। जे उल्टिया तो नेकां बन गई। पातशाह नूं मनना पिया कि ठीक है, ये खाना वाकई ही कौड़ा है। दूसरे दिन कहा कि अज मिठे तो मिठा खाना बना। उसने फिर जबान का नक्शा तैयार करके तल के रख दिता। पातशाह ने कहा ये कल वाला खाना है। कहने लगे जी नहीं, ये कल वाला नहीं है, ये होर है। ये होर केड़ा है? उसे तरह का हैगा। कहते जी नहीं, इस जबान के नाल ऋषियां मुनियां ने, संतां महापुरखां ने, हौलीए पकंबर दुनिया ते आए,
ਉਹਨਾਂ ਪਰਮਾਤਮਾ ਦੀ ਭਗਤੀ ਕੀਤੀ ਹੈ ਤੇ ਲੱਖਾਂ ਕਰੋੜਾਂ ਜੀਵਾਂ ਦਾ ਭਲਾ ਕਰ ਗਏ ਐਸੇ ਜ਼ਬਾਨ ਦੇ ਨਾਲ। ਇਹੀ ਜ਼ਬਾਨ ਸਾਨੂੰ ਘੋੜੇ 'ਤੇ ਚਾੜ੍ਹ ਦਿੰਦੀ, ਇਹੀ ਗਧੇ 'ਤੇ ਚਾੜ੍ਹ ਦਿੰਦੀ। ਇਸੇ ਜ਼ਬਾਨ ਨਾਲ ਅਸੀਂ ਨਸ਼ਟ ਹੋ ਸਕਦੇ ਹਾਂ, ਇਸੇ ਜ਼ਬਾਨ ਨਾਲ ਸਾਨੂੰ ਖੁਸ਼ੀ ਮਿਲ ਸਕਦੀ ਹੈ। स्वामी जी महाराज इसे वास्ते फरमाया, सबको सुख बुझा तेरे भले को कहो, सबको मिठा बोल तेरे भले को कहो। तू सारिਆਂ ਨੂੰ सुख पहुँचाना है तो फिर अपनी जबान च मठियास रख, अपनी जबान चो कोई भैड़ा लफ्ज ना कढ़ी, ताकि तैनू भी पहला तो तैनू ही दुख होएगा, उसके बाद दूसरे ਨੂੰ दुख होएगा। इस वास्ते स्वामी जी महाराज सानू ये समझा रहे हैं कि साध मत दे विच अगर तू साध मत बनना है, साधु बनना है, तो इन्हां चीज़ां दा जिहड़ा तैनूं देखभाल करना पेगी, संभाल करना पेगी, इन्हां दा बर्दाश्त करना पेगा, ये चीज़ां विचों कढ़ना पैणगी। हाँ जी। काम ना छूटा लोभ ना छूटा, मोईर खाडारत पीसे, भजन भगत अभ्यास न करते, कभी न छूटो तुम इस जम से। स्वामी जी महाराज सानू बड़े तरीके नाल समझा रहे हैं कि भजन सिमरन अभ्यास नहीं तुसी कीता और कदी भी तुसी जमदूतां तो छुट नहीं सकते, और किसी तरीके नाल तुसी उन्हां तो छुट नहीं सकते। अगर तुसी भजन करोगे, अभ्यास करोगे, उस परमात्मा का नाम जपोगे, तुहाडे विच शांति प्यार आएगा, मुहब्बत आएगी। महाराज तीसरी पातशाही ने बाणी च फरमाया है, शब्द सुने सो दूरों भागे, मत मारे जियो बेपरवाह। महाराज तीसरी पातशाही गुरु अमरदास जी ने फरमाया है, जिहदे पास शब्द होंदा है, संतां महापुरखां दी मोहर लगी हुंदी है, अगर उस जीव दे पास जमदूत जिहड़े है वो जाणगे, फिर वो भज जाणगे, उहदे लागे नहीं जाणगे, कुछ नहीं उन्होंने कह सकते। ये अगे कई बार दसिया कि जदों कबीर साहब जी महाराज सतयुग दे विच आए, सतपुरुष के हुक्म दे नाल, उस वक्त नरिंजन ने काल ने कहा कि तू की करना है जगत विच जाके, है दुनिया तो मैं कोई भी बेला नहीं छड्या, सारिਆਂ ਨੂੰ ਕੰਮ लगाया, तेरी गल सुननी किन्ने, किन्ना उपदेश तेरा सुनना। पर फिर भी उन्हें मजबूर किया, फिर काल ने यह कहना पिया नरिंजन ने उन्होंने, जाओ जिहदे ते तुहाडी मोहर लगी होवेगी फकीरां दी, वो मेरे सिर ते कदम रख के लंघ जाएगा, मैं कुछ नहीं कह सकता उन्होंने, मैं नहीं उन्होंने कुछ भी कह सकता, जिहदे ते फकीरां दी मोहर लगी होएगी। इस वास्ते स्वामी जी महाराज जो बाणी च फरमा रहे, ठीक फरमा रहे है, भजन नहीं किया, अभ्यास नहीं किया, किस तरह असी जमदूतां तो छुट जावांगे। जिस तरीके नाल असी छुटना वो असी काम किया ही नहीं, गल्लां दा मजमून नहीं, गल्लां नाल असी छुट नहीं सकते। इत्थे करनी दी जरूरत है, काम की लोड़ है। जिस काम नाल गल बननी है, जदों असीं काम ही नहीं करते तो साडा बनेगा किदां। ये स्वामी जी महाराज सानू समझा रहे हैं, हर एक नूं समझा रहे हैं, किसी का नाम नहीं लै रहे, सारिਆਂ नूं समझा रहे। संतां दी बाणी जिहड़ी है मुश्तरक हुंदी है, जो कुछ भी उन्होंने लिखिया हुंदा, जो कुछ भी बाणी च फरमाउंदे है, वो सारिਆਂ नूं, किसी एक बंदे नूं नहीं। हाँ जी। भजन भगत अभ्यास न करते, कभी न छूटो तुम इस जम से,
ਘਰ ਛੋੜਾ ਉਦਮ ਪੁਨ ਛੋੜਾ ਮਿਹਨਤ ਕੋਈ ਨਾ ਕਰਤੇ। ਇਹ ਸਾਧੂ ਦੇ ਬਾਰੇ ਗੁਰੂ ਸਾਹਿਬ ਜੀ ਫਰਮਾ ਰਿਹਾ ਹੈ, ਐ ਸਾਧੂ ਤੂੰ ਘਰ-ਬਾਰ ਵੀ ਛੱਡਿਆ, ਫਿਰ ਤੂੰ ਉਦਮ ਵੀ ਕੋਈ ਨਹੀਂ ਕਰਦਾ, ਮਿਹਨਤ ਵੀ ਨਹੀਂ ਕਰਦਾ। ਤੂੰ ਇੱਕ ਪਾਸਾ ਛੱਡਿਆ, ਦੂਜਾ ਪਾਸਾ ਹੀ ਬਣਾ ਲੈ। ਜੇ ਇੱਕ ਪਾਸਾ ਛੱਡਿਆ ਹੀ ਹੈ, ਉਧਰੋਂ ਘਾਟਾ ਪਿਆ ਤੇ ਦੂਜਾ ਪਾਸਾ ਹੀ ਬਣਾ ਲੈ, ਕੁਛ ਨਾ ਕੁਛ ਉਦਮ ਕਰ, ਮਿਹਨਤ ਕਰ, ਭਜਨ ਸਿਮਰਨ ਕਰ, ਤਾਂ ਕਿ ਤੇਰਾ ਕੁਝ ਬਣ ਜਾਏ। ਜੇ ਤੂੰ ਇੱਕ ਪਾਸਾ ਵੀ ਛੱਡਿਆ, ਅੱਗੇ ਵੀ ਕੁਛ ਨਹੀਂ ਕੀਤਾ, ਫਿਰ ਕੀ ਬਣਿਆ? ਗੁਜਰੋਂ ਚੁੱਕਾ ਹੁਆ ਭਰਾਈ, ਨਾ ਉਤ ਖੁਦਾਈ ਨਾ ਉਤ ਖੁਦਾਈ। ਕੋਈ ਮੁਸਲਮਾਨ ਗੁਜਰੀ ਹੋ, ਭਰਾਈਆਂ 'ਚ ਦਾਖਲ ਹੋ ਗਏ, ਭਰਾਈ ਜਿਹੜੇ ਉਹ ਗਾਉਂਦੇ ਵਜਾਉਂਦੇ ਹੁੰਦੇ, ਢੋਲ ਵਜਾਉਂਦੇ ਹੈਗੇ, ਢੋਲ ਵਜਾਣਾ ਉਹਨੂੰ ਆਇਆ ਨਹੀਂ, ਉਹ ਫਿਰ ਕਹਿੰਦਾ ਮੈਂ ਚੰਗਾ ਗੁਜਰੋਂ ਚੁੱਕਾ ਹੁਆ ਭਰਾਈ, ਨਾ ਉਤ ਖੁਦਾਈ ਨਾ ਉਤ ਖੁਦਾਈ। ਮੈਂ ਇੱਧਰ ਵੀ ਆਇਆ, ਢੋਲ ਵਜਾਣਾ ਵੀ ਮੈਨੂੰ ਨਹੀਂ ਆਇਆ, ਅਤੇ ਮੈਂ ਆਪਣਾ ਵੀ ਕੰਮ ਛੱਡ ਦਿੱਤਾ, ਅਤੇ ਇੱਧਰੋਂ ਵੀ ਮੈਨੂੰ ਕੁਛ ਨਹੀਂ ਮਿਲਿਆ, ਨਾ ਮੈਨੂੰ ਜਾਚ ਆਈ ਹੈਗੀ। ਇਸ ਵਾਸਤੇ ਸਾਧੂ ਬਾਰੇ ਗੁਰੂ ਸਾਹਿਬ ਜੀ ਫਰਮਾ ਰਿਹਾ ਹੈ, ਤੂੰ ਘਰ-ਬਾਰ ਵੀ ਛੱਡਿਆ ਔਰ ਉਦਮ ਵੀ ਨਹੀਂ ਤੂੰ ਕਰਦਾ, ਮਿਹਨਤ ਵੀ ਨਹੀਂ ਕਰਦਾ। ਤੂੰ ਮਿਹਨਤ ਕਰ, ਉਦਮ ਕਰ, ਆਲਸ ਨਾ ਕਰ, ਉਸ ਮਾਲਕ ਦਾ ਨਾਮ ਜਪ, ਤਾਂ ਕਿ ਕੁਛ ਨਾ ਕੁਛ ਬਣ ਜਾਵੇ। ਹਾਂਜੀ। ਘਰ ਛੋੜਾ ਉਦਮ ਪੁਨ ਛੋੜਾ ਮਿਹਨਤ ਕੋਈ ਨਾ ਕਰਤੇ। ਦੇਸ ਵਿਦੇਸ ਫਿਰੋ ਚੱਖ ਮਾਰਤ ਕਫਨ ਪਹਿਨ ਕਿਉਂ ਲਾਜ ਲਗਾਤੇ। ਗੁਰੂ ਸਾਹਿਬ ਜੀ ਸਾਧੂ ਬਾਰੇ ਫਰਮਾ ਰਹੇ ਹੈ ਕਿ ਦੇਸਾਂ ਪ੍ਰਦੇਸਾਂ 'ਚ ਤੂੰ ਫਿਰਦਾ ਹੈ, ਰੰਗ ਬਰੰਗੇ ਕੱਪੜੇ ਪਾ ਲਏ, ਵੇਸ਼ ਬਣਾ ਲਿਆ ਉਲਟਾ ਫੁਲਟਾ, ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਲਿਆ, ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਲਿਆ, ਲੇਕਿਨ ਆਪਣਾ ਕੁਛ ਨਹੀਂ ਬਣਿਆ, ਜੋ ਬਣਨਾ ਚਾਹੀਦਾ ਸੀ ਉਹ ਨਹੀਂ ਬਣਿਆ। ਹਾਂਜੀ। ਦੇਸ ਵਿਦੇਸ ਫਿਰੋ ਚੱਖ ਮਾਰਤ ਕਫਨ ਪਹਿਨ ਕਿਉਂ ਲਾਜ ਲਗਾਤੇ। ਵੇਸ਼ ਬਦਲ ਕੇ ਰੰਗ ਬਰੰਗੇ ਕੱਪੜਿਆਂ 'ਤੇ ਪਰਮਾਤਮਾ ਖੁਸ਼ ਨਹੀਂ ਹੁੰਦਾ। ਸੰਤ ਜਿਹੜੇ ਦੁਨੀਆ 'ਤੇ ਆਏ ਹੈ ਉਹ ਤਾਂ ਇਹੀ ਕਹਿੰਦੇ ਭਾਈ ਤੈਨੂੰ ਵੇਸ਼ ਬਦਲਣ ਦੀ ਜ਼ਰੂਰਤ ਨਹੀਂ, ਤੂੰ ਜੈਸਾ ਹੈ ਵੈਸਾ ਹੀ ਰਹੋ। ਸਿਰਫ ਇੱਕ ਚੀਜ਼ ਨੂੰ ਬਦਲ, ਜਿਹੜਾ ਤੇਰਾ ਰਾਦਾ ਗਲਤ ਪਾਸੇ ਜਾਂਦਾ ਹੈ, ਜਿਹੜਾ ਤੇਰਾ ਖਿਆਲ ਗਲਤ ਪਾਸੇ ਜਾਂਦਾ ਹੈ, ਉਸ ਨੂੰ ਸਹੀ ਰਸਤੇ 'ਤੇ ਲਿਆ, ਆਪਣੇ ਮਾਲਕ ਦੀ ਤਰਫ ਲਿਆ। ਇੱਕੋ ਚੀਜ਼ ਨੂੰ ਬਦਲਦੇ, ਹੋਰ ਕਿਸੇ ਨੂੰ ਬਦਲਣ ਦੀ ਲੋੜ ਨਹੀਂ ਹੈ। ਤੂੰ ਜਿਹੜੇ ਮਰਜ਼ੀ ਕੱਪੜੇ ਪਾ ਲੈ, ਹਰੇ ਪਾ ਲੈ, ਚਿੱਟੇ ਪਾ ਲੈ, ਲਾਲ ਪਾ ਲੈ, ਜਿਹੜੇ ਮਰਜ਼ੀ ਪਾ ਲੈ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸਿਰਫ ਆਪਣੇ ਰਾਜੇ ਨੂੰ ਬਦਲਣ ਦੀ ਕੋਸ਼ਿਸ਼ ਕਰ। ਹਾਂਜੀ। ਦਾਨ ਕਪਟ ਛਲ ਹਿਰਦੈ ਬਸਤਾ ਗਿਰਹੀ ਕੋ ਆਚਾਰ ਦਿਖਾਤੇ। ਗੁਰੂ ਸਾਹਿਬ ਜੀ ਫਰਮਾ ਰਿਹਾ ਤੇਰੇ ਅੰਦਰ ਕੀ ਕੁਝ ਵਸਦਾ ਹੈ, ਲੇਕਿਨ ਗ੍ਰਸਤੀ ਲੋਕ ਜਿਹੜੇ ਹੈ ਉਹਨਾਂ ਤੂੰ ਆਪਣੀਆਂ ਰਹਿਤਾਂ ਦੱਸਦਾ ਹੈ ਕਿ ਮੇਰੀਆਂ ਰਹਿਤਾਂ ਨੇ, ਆ ਮੇਰਾ ਵੇਸ਼ ਹੈ, ਮੈਂ ਸਾਧੂ ਹਾਂ, ਅਤੇ ਅੰਦਰ ਨਹੀਂ ਤੂੰ ਝਾਂਤੀ ਮਾਰੀ ਕਿ ਅੰਦਰ ਤੇਰੇ ਕੀ ਕੁਝ ਵਸਦਾ ਹੈਗਾ, ਕਿਹੜੇ ਪਾਸੇ 'ਤੇ ਪਿਆ ਤੂੰ, ਕੀ ਕਰਮ ਤੂੰ ਕਰ ਰਿਹਾ। ਭਜਨ ਸਿਮਰਨ ਕੀਤਾ ਨਹੀਂ, ਜੋ ਕਰਨਾ ਸੀ ਉਹ ਕੀਤਾ ਨਹੀਂ, ਘਰ-ਬਾਰ ਵੀ ਛੱਡ ਦਿੱਤਾ, ਔਰ ਕਫਨ ਪਹਿਨ ਕੇ ਉਸ ਪਰਮਾਤਮਾ ਨੂੰ ਵੀ ਲਾਜ ਲਵਾਉਣ ਡਿਆ, ਉਹਦਾ ਨਾਂ ਲੈ ਲੈ ਕੇ ਮੰਗ ਮੰਗ ਕੇ ਤੂੰ ਆਪਣਾ ਧਨ ਜੋੜ ਰਿਹਾ ਹੈ। ਇਹ ਸਵਾਮੀ ਜੀ ਮਹਾਰਾਜ ਪੇਖੀ ਸਾਧੂ ਜਿਹੜੇ ਹੈ
ਉਹਨਾਂ ਦੇ ਬਾਰੇ ਫਰਮਾ ਰਿਹਾ। ਹਾਂਜੀ। ਦਬ ਕਪਟ ਛਲ ਹਿਰਦੈ ਵਸਤਾ ਗਿਰਹੀ ਕੋ ਆਚਾਰ ਦਿਖਾਤੇ चौके से हम रोटी खावे रोटी पूरी पेद समझते। बहुत सारे साधु ऐसा करते है, चौंका कार पा के ते खब्बे हथ नूं बाहर कढ़ देना ते खाना खाना। एक बंदा बड़ा सियाणा बजुर्ग सी 47 ਦੇ ਪਹਿਲਾਂ 47 ਦੇ ਪਹਿਲਾਂ ਸਾਧੂਆਂ ਦੇ ਝੁੰਡ ਆਉਂਦੇ ਹੁੰਦੇ ਪਿੰਡਾਂ ਦੇ ਵਿੱਚ ਤੇ ਕਈ ਬਜ਼ੁਰਗ ਜਿਹੜੇ ਆਉਂਦੇ ਉਹਨਾਂ ਕੋਲ ਬੈਠ ਕੇ ਗੱਲਾਂ ਬਾਤਾਂ ਕਰਨੀਆਂ। ਜਦੋਂ ਉਹ ਖਾਣਾ ਖਾਣ ਲੱਗਾ ਤੇ ਖੱਬੇ ਹੱਥ ਨੂੰ ਉਹਨੇ ਬਾਹਰ ਕੱਢ ਦਿੱਤਾ। ਉਹਨੂੰ ਪੁੱਛਿਆ, ਬਾਬਾ ਜੀ ਇਸ ਨੂੰ ਬਾਹਰ ਕਿਉਂ ਕੱਢਿਆ ਤੂੰ? कहते ये तो गंदा है, ये मैला साफ करता है, इसको कार के बाहर मैं निकाल दिया है, ये गंदा है। वो बुजुर्ग भी सियाणा ही कुछ कहता, बाबा जी जिसनों साफ करदा वो तो कार दे अंदर हैगा ते जेड़ा साफ करदा उन्होंने बाहर कढ़ दिता तूं। एक ही पखंड पाया तूं। इस तरह के लोगों को जेड़े अनजान लोग जिन्होंने समझ नहीं उन्होंने ये पखंड दसदे है। कार पा के चौंका सुच्चा कर लिया, ये बैठ के खाना खाता है, खब्बे हाथ में बाहर करता है, क्या ये मैला साफ करता है? किसी की उंगल मैले नाल लग गई, वो मिस्त्रियों ते चला गया, कहने लगा कि इस वाहन चोत को काट दो भाई, ये उंगल बिस्टे से भरी गई गंदी हो गई है। वो मिस्त्री ने कहा, बाबा जी जाके साफ़ कर लो, ठीक ठाक है। नहीं नहीं इसको काट दो। उन्हें पुट्ठा तेसा मारे, फट मुँह च पा ली। तेसा ही पुट्ठा मारिया उन्हें कट्टना तो बाद च पहले ये देख लेना। पुट्ठा तेसा मारिया तो फट फट मुँह च पा ली, दर्द होने लगी है। मैं तो तेनों कहा भी तू कढ़ दे, इनू तू साफ कर ले जाके। इस तरह के पखंड कई बहुत सारे करते, बहुत सारे लोग पखंड करते। साधु ਜਿਹੜੇ ਲੋਕਾਂ ਨੂੰ ਦੱਸਦੇ ਜਿਹਨੂੰ ਕੋਈ ਜਵਾਬ ਨਹੀਂ ਆਉਂਦਾ, ਜਿਹਦਾ ਕੋਈ ਮੁਰਸ਼ਿਦ ਨਹੀਂ ਹੁੰਦਾ, ਜਿਹੜੇ ਅਣਜਾਣ ਬੰਦੇ ਹੁੰਦੇ ਆ ਉਹ ਵਿਚਾਰੇ ਉਹਨਾਂ ਦੇ ਕਾਬੂ ਆ ਜਾਂਦੇ ਆ। ਹਾਂਜੀ। चौके से हम रोटी खावे रोटी पूरी पेद समझते बुद्ध विचार ना गुर मिला पूरा गिरही की पहल जा करते। गुरु साहब जी बड़े प्यार दे नाल फरमा रहे है कि पूरा कोई महात्मा मिलिया नहीं। गृहस्थी लोगों को पखंड कर करके दसदे है। पूरा कोई मुरशद मिलता उन्होंने भेद दे दिंदा, उन्होंने समझ आ जाती। पूरा मुरशद मिलिया नहीं और गृहस्थी लोगों को पेख बना बना के दस के ते ठग ठग के खाते है। हाँ जी। बुद्ध विचार ना गुरु मिला पूरा गिरही की पहल जा करते साध चरण 68 से उत्तम पूम पवित्र जहाँ पग तरते। स्वामी जी महाराज साधु की तारीफ कर रहे हैं। साध चरण 68 तीर्थ जेड़े साढ़े मोहतबारा ने मिथे हैगे,
68 ਤੀਰਥ ਜਿਹੜੇ ਹੈ ਇਹ ਪਵਿੱਤਰ ਸਮਝੇ ਹੈ, ਔਰ 68 ਤੀਰਥਾਂ ਤੋਂ ਵੀ ਸਾਧੂ ਦੇ ਚਰਨ ਜਿਹੜੇ ਆ ਉਹ ਪਵਿੱਤਰ ਦੱਸੇ ਹੈ। ਪਰ ਕਿਹੜੇ ਸਾਧੂ ਦੇ? ਜਿਸ ਨੇ ਮਨ ਦੀ ਸਾਧਨਾ ਕੀਤੀ ਹੈ, ਜੋ ਪਿੱਛੇ ਸਵਾਮੀ ਜੀ ਮਹਾਰਾਜ ਫਰਮਾਇਆ ਹੈ, ਕਿਸੇ ਨੇ ਆਪਣੀਆਂ ਪ੍ਰਕਿਰਤੀਆਂ ਨੂੰ ਬੰਦ ਕੀਤਾ ਹੈ, ਜਿਹਨੇ ਮਨ ਦੀ ਸਾਧਨਾ ਕੀਤੀ, ਉਸ ਸਾਧੂ ਦੇ ਬਾਰੇ। ਔਰ ਜਿਸ ਭੂਮੀ ਵਿੱਚ ਉਹ ਚਰਨ ਰੱਖ ਦੇਣਗੇ ਉਹ ਵੀ ਪਵਿੱਤਰ ਹੋ ਜਾਏਗੀ। ਕਈ ਵਾਰ ਦੱਸਿਆ ਕਿ ਕਬੀਰ ਸਾਹਿਬ ਜੀ ਮਹਾਰਾਜ ਕਾਸ਼ੀ ਵਿੱਚ ਰਹਿੰਦੇ ਸਨ। ਸ਼ਰਾਬ ਵਾਲਿਆਂ ਨੇ ਬਹੁਤ ਜ਼ੋਰ ਪਾਇਆ, ਉਹਨਾਂ ਨੂੰ ਤਕਲੀਫਾਂ ਦੇਣਾ ਸ਼ੁਰੂ ਕਰ ਦਿੱਤੀਆਂ। ਉਹਨਾਂ ਸੋਚਿਆ ਵੀ ਚਲੋ ਕਾਸ਼ੀ ਨੂੰ ਛੱਡ ਦਿੰਦੇ ਹਾਂ, ਅਸੀਂ ਭਜਨ ਕਰਨਾ ਹੈ, ਚਲੋ ਕਿਤੇ ਬਾਹਰ ਚਲਦੇ ਹਾਂ, ਜਿੱਥੇ ਕੋਈ ਸਾਡੇ ਮਗਰ ਜਾਏ ਨਾ। ਮਗਰ ਦੇਸ਼ ਸਾਡੇ ਰਿਸ਼ੀਆਂ ਮੁਨੀਆਂ ਜਾਂ ਜਿਹੜੇ ਆਲਮ ਫਾਜ਼ਲ ਸੀ ਉਹਨਾਂ ਨੇ ਰੱਦਿਆ ਸੀ ਕਿ ਇਹ ਇਲਾਕਾ ਜਿਹੜਾ ਹੈ, ਇਸ ਇਲਾਕੇ ਦੇ ਵਿੱਚ ਕੋਈ ਬੰਦਾ ਮਰੇਗਾ ਉਹ ਗਧੇ ਦੀ ਜੂਨ ਵੀ ਜਾਏਗਾ, ਕਿਉਂਕਿ ਇਹ ਪਵਿੱਤਰ ਨਹੀਂ ਹੈ। ਉਹਨੂੰ ਇੱਕ ਫਤਵਾ ਲਗਾਇਆ ਹੋਇਆ ਸੀ। ਮਗਰ ਦੇਸ਼ ਜਿਹੜਾ ਸੀ, ਕਬੀਰ ਸਾਹਿਬ ਜੀ ਉੱਥੇ ਚਲਾ ਗਏ ਕਿ ਚਲੋ ਇੱਥੇ ਕੋਈ ਆਏਗਾ ਨਹੀਂ, ਅਸੀਂ ਮਜ਼ੇ ਨਾਲ ਭਜਨ ਕਰਾਂਗੇ ਆਪਣੇ। ਪਰ ਸ਼ਰਧਾਲੂ ਜਿਹੜੇ ਸੀ ਉਹ ਪਿੱਛੇ ਪਿੱਛੇ ਚਲਾ ਗਏ। ਉਸੇ ਦੇਸ਼ ਵਿੱਚ ਉਹ ਇਲਾਕਾ ਜਿਹੜਾ ਬਿਸ਼ੰਦਾ ਹੋ ਗਿਆ, ਕਲੋਨੀਆਂ ਬਣ ਗਈਆਂ, ਜ਼ਮੀਨਾਂ ਆਬਾਦ ਹੋ ਗਈਆਂ, ਫਸਲ ਹੋਣਾ ਸ਼ੁਰੂ ਹੋ ਗਏ, ਸ਼ਹਿਰ ਵੱਸ ਗਏ। ਉਸ ਇਲਾਕੇ ਵਿੱਚ ਕਬੀਰ ਸਾਹਿਬ ਜੀ ਬਹੁਤ ਦੇਰ ਰਹੇ ਹੈ, ਔਰ ਉੱਥੇ ਹੀ ਉਹਨਾਂ ਨੇ ਸਰੀਰ ਆਪਣਾ ਛੱਡਿਆ ਹੈਗਾ। 2 ਜਗ੍ਹਾ ਬਣੀਆਂ ਅਸੀਂ ਦੇਖਿਆ ਹੈ, ਇੱਕ ਜਗ੍ਹਾ 'ਤੇ ਮੁਸਲਮਾਨ ਰਹਿੰਦਾ ਹੈ, ਇੱਕ 'ਤੇ ਹਿੰਦੂ ਰਹਿੰਦਾ ਹੈ। ਉਹਨਾਂ ਦੇ ਜਾਣ ਤੋਂ ਬਾਅਦ ਮੁਸਲਮਾਨਾਂ ਵੀ ਰੌਲਾ ਪਾਇਆ, ਹਿੰਦੂਆਂ ਨੇ ਵੀ। ਮੁਸਲਮਾਨ ਕਹਿਣ ਸਾਡਾ ਪੀਰ ਹੈ, ਅਸੀਂ ਆਪਣੀ ਸ਼ਰ੍ਹਾ ਦੇ ਮੁਤਾਬਕ ਇਹਨਾਂ ਦਾ ਸੰਸਕਾਰ ਕਰਨਾ ਹੈ। ਹਿੰਦੂ ਕਹਿਣ ਸਾਡਾ ਗੁਰੂ ਹੈ। ਪਰ ਲੱਭਾ ਕਿਸੇ ਨੂੰ ਵੀ ਕੁਝ ਨਹੀਂ। ਕਬੀਰ ਸਾਹਿਬ ਜੀ ਫਿਰ ਉਹਨਾਂ ਆਵਾਜ਼ ਦਿੱਤੀ ਕਿ ਦਰਵਾਜ਼ਾ ਖੋਲ੍ਹੋ। ਦਰਵਾਜ਼ਾ ਖੋਲ੍ਹਿਆ, ਕਹਿੰਦੇ ਤੁਸੀਂ ਲੜੋ ਨਾ। ਇਹ ਇਤਿਹਾਸ ਦੱਸਦਾ ਹੈ ਜੋ ਲਿਖਣ ਵਾਲਾ ਹੈ ਕਿ 2 ਚਾਦਰਾਂ ਮੰਗਾਈਆਂ ਉਹਨਾਂ ਨੇ, ਉਹਨਾਂ ਦੋਨਾਂ ਚਾਦਰਾਂ 'ਤੇ ਫੁੱਲ ਵਿਛਾ ਦਿੱਤੇ, ਕਿਹਾ ਕਿ 1 ਘੰਟੇ ਦੇ ਬਾਅਦ ਤੁਸੀਂ ਫਿਰ ਦਰਵਾਜ਼ਾ ਖੋਲ੍ਹਣਾ ਹੈ। ਜਦੋਂ ਬਾਅਦ ਵਿੱਚ ਦਰਵਾਜ਼ਾ ਖੋਲ੍ਹਿਆ, ਉੱਥੇ ਸਰੀਰ ਨਹੀਂ ਲੱਭਾ। ਚਾਦਰਾਂ 2 ਲੱਭੀਆਂ, ਇੱਕ ਚਾਦਰ ਮੁਸਲਮਾਨਾਂ ਲੈ ਲਈ, ਇੱਕ ਹਿੰਦੂਆਂ ਲੈ ਲਈ। ਇੱਕ ਨੇ ਜ਼ਮੀਨ ਵਿੱਚ ਦਫਨ ਕਰਤੀ, ਇੱਕ ਨਾ ਜਲਾ ਦਿੱਤੀ। 2 ਜਗ੍ਹਾ ਬਣੀਆਂ ਨੇ। ਉਸ ਇਲਾਕੇ ਨੂੰ ਵੀ ਪਵਿੱਤਰ ਕੀਤਾ। ਜੋ ਸਵਾਮੀ ਜੀ ਮਹਾਰਾਜ ਬਾਣੀ 'ਚ ਫਰਮਾ ਰਹੇ, ਸਾਧੂ ਦੇ ਬਾਰੇ ਫਰਮਾ ਰਹੇ ਹੈ, ਜਿਨ੍ਹਾਂ ਸਾਧੂਆਂ ਨੇ ਦਿਨ ਰਾਤ ਨਾਮ ਦੀ ਕਮਾਈ ਕੀਤੀ ਹੈ। ਇਹ ਗੱਲਾਂ ਬਾਤਾਂ ਵਾਲਿਆਂ ਨੂੰ ਨਹੀਂ, ਜਿਹੜੇ ਵੇਸ਼ ਬਦਲਦੇ ਉਹਨਾਂ ਨੂੰ ਨਹੀਂ, ਪਖੰਡ ਵਾਲਿਆਂ ਨੂੰ ਨਹੀਂ ਕਿਹਾ, ਜਿਨ੍ਹਾਂ ਦਿਨ ਰਾਤ ਨਾਮ ਦੀ ਕਮਾਈ ਕੀਤੀ ਹੈ। ਉਹਨਾਂ ਦੇ ਚਰਨ ਜਿਹੜੇ ਹੈ 68 ਤੀਰਥਾਂ ਤੋਂ ਵੀ ਉੱਪਰ ਨੇ। ਹਾਂਜੀ। ਸਾਧ ਚਰਨ 68 ਸੇ ਉਤਮ, ਭੂਮ ਪਵਿੱਤਰ यहाँ पग तरते, तुम तो कर्म परम में पट के, साध नाम अपना क्यों तरते। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ, ਸਾਧੂ ਤੂੰ ਤੇ ਕਰਮਾਂ ਧਰਮਾਂ 'ਚ ਫਸਿਆ ਹੈ। ਤੂੰ ਆਪਣਾ ਨਾਂ ਸਾਧੂ ਕਾਹਦੇ ਵਾਸਤੇ ਰਖਾਣ ਡਿਆ? ਕਿ ਸਾਧੂਆਂ ਵਾਲਾ ਗੁਣ ਤੇ ਤੇਰੇ 'ਚ ਆਇਆ ਹੀ ਨਹੀਂ, ਤੇ ਤੂੰ ਸਾਧੂ ਕਿਉਂ ਆਪਣਾ ਨਾਂ ਰਖਾ ਰਿਹਾ? ਤੂੰ ਤੇ ਕਰਮਾਂ ਧਰਮਾਂ 'ਚ ਫਸਿਆ ਹੈ। ਜਿਹੜੇ ਸਾਧੂ ਹੈ ਉਹਨਾਂ ਦਾ ਸਾਧੂ ਨਾਂ ਕਿਉਂ ਪਿਆ ਹੈ? ਕਿ ਉਹਨਾਂ ਮਨ ਦੀ ਸਾਧਨਾ ਕੀਤੀ। ਮਨ ਇੱਕ ਜਿਸ ਤਰ੍ਹਾਂ ਫੌਜ ਦਾ ਅਫਸਰ ਹੁੰਦਾ ਹੈ, ਸਾਡੀਆਂ ਪ੍ਰਕਿਰਤੀਆਂ ਦਾ ਅਫਸਰ ਮਨ ਹੈ, ਔਰ ਇਹਦੇ ਮਤਹਿਤ ਸਾਰੀਆਂ ਨੇ। ਜਦੋਂ ਅਫਸਰ ਕਾਬੂ ਆ ਜਾਂਦਾ ਕਿਤੇ ਲੜਾਈ 'ਚ, ਤੇ
ਸਿਪਾਹੀ ਪਹਿਲਾਂ ਹੀ ਹਥਿਆਰ ਛੱਡ ਦਿੰਦੇ ਹੈਗੇ। ਜਦੋਂ ਮਨ ਕਾਬੂ ਆ ਗਿਆ, ਇਹਦੀਆਂ ਪ੍ਰਕਿਰਤੀਆਂ ਵੀ ਕਾਬੂ ਆ ਜਾਂਦੀਆਂ, ਇਹ ਕੁਛ ਨਹੀਂ ਕਰ ਸਕਦੀਆਂ। ਇਸ ਵਾਸਤੇ ਸੰਤ ਮਹਾਂਪੁਰਖ ਜਿਨ੍ਹਾਂ ਨੇ ਦਿਨ ਰਾਤ ਨਾਮ ਦੀ ਕਮਾਈ ਕੀਤੀ ਹੈ, ਉਹਨਾਂ ਆਪਣੇ ਮਨ ਦੇ ਹੀ ਸਾਧਨਾ ਕੀਤੀ ਹੈ, ਇਸੇ ਨੂੰ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ। स्वामी जी महाराज बाणी च फरमाउंदे आ, कोट जतन से जे नहीं माने तुन सुन कर मन समझाई। करोड़ां जतन तुसी कर लो, ये मन नहीं समझेगा। सिर्फ एक जड़ी इहदे अंदर शब्द धुन आ रही है, स्वामी जी उस शब्द नूं धुन कहंदे है, और मुसलमानों ने बांगे शमानी किया है। बाणी विच नाम जां शब्द किया गया, वेदां शास्त्रां जो उदगीत करके फरमाउंदे है, वो धुन जिहड़ी साडे अंदर आ रही है, ये किसी भी यतन नाल मन नहीं समझ सकता, उस धुन दे नाल समझेगा। जदों ये सुनेगा फौरन उहदे नाल समझ आएगा। जिस तरह हजूर फरमाउंदे हुंदे सी कि शहद दा छन्ना भरिया होवे, मक्खियां खाण वास्ते आ जांदियां ने, जिहड़ी मक्खी विच बैठदी है वो ना शहद खा सकती है तो ना ही उड़ सकती है, विचे ही लिबड़ जाते पर वो उड़ नहीं सकती। इस तरह उस शब्द नाल ये मन काबू आ सकता है, ये नहीं भज सकता, किते भी नहीं जा सकता फिर, और कोई यतन नाल नहीं ये काबू आ सकता। अगर जिसने किया है वो शब्द के जरिए, जो कोई करेगा तो शब्द के जरिए, और किसी तरीके नाल ये मन काबू नहीं आ सकता। हाँ जी। तुम तो कर्म परम में पट के साध नाम अपना क्यों तरते। ये साधु दे बारे गुरु साहब जी फरमा रहे है साधु, तू कर्मां धर्मां दे विच भड़क रहा है ते तू अपना नाम साधु क्यों रखाना है। कर्म धर्म जो भी बंदा करता है उसकी मुक्ति नहीं हो सकती। कर्मां दे नाल सानू जन्म मिल सकते हैं, कोई भी असी कर्म करांगे उहदा लैण दी साड़ी खाश होंदी है। जदों लैण दी खाश होई सानू वापस आउणा पिया, सानू जन्म लैना पैणगे, फिर असी करांगे फिर जन्म लैना पैणगे, मुक्ति नहीं हो सकती। इस वास्ते गुरु साहब जी फरमा रहे हैं कि तू साधु नाम क्यों रखा रहे हैं, तू कर्मा धर्मा च फसिया है। हाँ जी। बनाए जगत को ठगते काल ठगौरी डाली तुम पे। गुरु साहब जी बड़े प्यार दे नाल फरमा रहे हैं, साधु तू भेख बना के जगत नूं ठग रहा है, पर काल तैनू ठग रहा है। काल ने तैनू ठग लेना है, तू जगत नूं ठग रहा है। एक दिन काल दे बस तू आ जाएगा, तैनू काल अपने देश लै जाएगा, और तेरे कीते कर्मां दा लेखा करके तैनू सज़ा मिल जाएगी। हाँ जी। पेख बनाए जगत को ठगते काल ठगौरी डाली तुम पे। अब कुछ समझ करो सत्संगत, डरो जरा नरकन के दुख से। स्वामी जी महाराज बड़े तरीके नाल समझा रहे हैं, ऐ पुरुष अब जल्दी तो जल्दी तुसी समझ करो, सोचो, उस नरकां तो डरन की कोशिश करो। ये जो तुसी कर्म कर रहे हो, तुसी नरकां चों छुट नहीं सकते। जल्दी तो जल्दी समझ सोच करो और अपने इरादे नूं बदलने की कोशिश करो,
ਤਾਂ ਕਿ ਨਰਕਾਂ ਦੇ ਦੁੱਖ ਤੋਂ ਡਰਨ ਦੀ ਕੋਸ਼ਿਸ਼ ਕਰੋ। ਹਾਂਜੀ। अब कुछ समझ करो सत संगत, डरो जरा नरकन के दुख से, बिरहा पाओ बैराग संभालो, भगत करो और भागो जग से। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਤੁਸੀਂ ਆਪਣੇ ਅੰਦਰ ਬਿਰਹਿਆਂ ਧਾਰੋ। ਪਿਆਰ, ਬਿਰਹਿਆਂ ਨੂੰ ਪਿਆਰ ਕਿਹਾ ਗਿਆ ਕਿ ਉਹ ਪਿਆਰ ਤੁਸੀਂ ਆਪਣੇ ਅੰਦਰ ਪੈਦਾ ਕਰੋ। ਇਹ ਜਗਤ ਤੋਂ ਭਾਗਣ ਦੀ ਕੋਸ਼ਿਸ਼ ਕਰੋ। ਜਗਤ ਦੇ ਕਰਮ ਜਿਹੜੇ ਹੈ ਇਹਨਾਂ ਨੂੰ ਛੱਡਣ ਦੀ ਕੋਸ਼ਿਸ਼ ਕਰੋ ਔਰ ਆਪਣੇ ਮਾਲਕ ਦੇ ਮਿਲਣ ਦਾ ਕੋਈ ਨਾ ਕੋਈ ਸਾਧਨ ਕਿਸੇ ਸਾਧੂ ਦੇ ਪਾਸੋਂ ਯਤਨ ਲੈ ਕੇ, ਸਿੱਖਿਆ ਲੈ ਕੇ ਉਹਦੇ 'ਤੇ ਚੱਲਣ ਦੀ ਕੋਸ਼ਿਸ਼ ਕਰੋ। ਹਾਂਜੀ। ਬਿਰਹਾ ਬੈਰਾਗ ਸੰਭਾਲੋ, भगत करो और भागो जग से, मन को मारो इंद्री बांधो, सुरत लगाओ शब्द अधर से। एक फकीर ने बड़ा सोहना इसी भाव च फरमाया, मर वे खसमा मर, तेरे मरिया बसदा घर, जे तू मरे तां मैं सुहागन होई, जे तू मर जाएगा फिर मैं सुहागन हो जावांगी, फिर मेरा रंडेपा नहीं रहेगा, मेरा सुहाग बन जाएगा, मैं शब्द नाल मेरा प्यार लग जाएगा। खसम कौन है? साड़ी आत्मा का बनया इस वक्त मन। मन साड़ी आत्मा का खसम बनया है, मालक बनया है और इसनू क्या मर वे खसमा मर, तू मरे तां मैं सुहागन होई, जे तू मर जाएगा तो मैं सुहागन हो जावांगी, मेरा प्यार जिहड़ा है वो शब्द नाल लग जाएगा। शब्द मरदा नहीं, शब्द दुनिया ते कदी गायब नहीं हो सकता, वो मरण जमन दे विच नहीं आ सकता, वो सदा का ही सुहाग है इसका। इस वास्ते गुरु साहब जी फरमा रहे हैं, मन मरे तांत मर जाए, जद मन मर जाएगा इहदियां शाखां जिहड़ियां खत्म हो जाणगियां, इहदियां जड़ां भी कट्टियां जाणगियां। हाँ जी। मन को मारो इंद्री बांधो, सुरत लगाओ शब्द अधर से, तब चित कोमल बुद्धि निर्मल, आप होए छूटो मन ठग से। गुरु साहब जी बड़े प्यार दे नाल फरमा रहे हैं कि भाई फिर तुसी इस मन ठग तो छुट जाओगे। ये मन सानू ठग रहा है, किसी न किसी तरीके नाल सानू ठगदा रहिंदा है और संत महापुरख सानू इहदे तो बचाने की कोशिश करते हैं। इहदे तो बचन का तरीका ही है जो बाणी च पहलां दस्सिया है कि कोट जतन से जे नहीं माने तुण सुन कर मन समझाए। जब शब्द की कमाई असी करांगे तो इस मन के कंट्रोल चों असी निकल जावांगे, इहदे पिंजरे चों निकल जावांगे, आजाद हो जावांगे।
जिस तरह कई बार ये साखी सुनाई है, कोई पंडित कथा करता सी, कथा विच ये प्रसंग आउंदा सी कि ईश्वर का नाम जपिया, राम राम जपिया काल का जेल खाना टुट जाता है। वो रोज़ बंदा कथा सुन जाता सी ते घर उसने तोता एक रखिया सी। घर आके तोते नूं कहना, गंगे रामा आख राम राम, राम राम क्या काल का जेल खाना टुट जाता है। एक दिन तोते ने सोचिया कि मैं रोज़ ही राम राम कहता, सारी जिंदगी होया राम राम कहंदियां, पता नहीं ये मेरिया पिंजरे दियां तारां नहीं टुटियां, काल का जेल खाना पता नहीं कितना हैगा। एक दिन कहन लगा कि जिथे तुसी जांदे हो मैनू भी लै चलो। पिंजरा चुक लिया, लै गया। जदों ये प्रसंग आया, तोता बोलना जानता सी। तोते ने कहा, महाराज पंडित जी मेरी गल सुन लो, मेरे पास आ जाओ तुसी। बड़े हैरान लोग होए जदों तोता बोलिया। पुछया, सुना भाई की गल, तुसी जो कुछ कह रहे हो मैं सारी जिंदगी होया राम राम कहंदियां, मेरियां पिंजरे दियां तारां नहीं टुटियां, तुसी कहंदे हो राम राम क्या काल का जेल खाना टुट जाता है। पुछया उन्हें, तेरा कोई मुरशद है? कहते जी मेरे तो मुरशद कई बन जाते हैं रोज़ दे। गली विच साडा घर है, पिंजरा दरख्त नाल टंगिया, जिहड़ा कोई लंघदा उही मैनू कही जांदा, आख गंगे रामा राम राम। कई मैनू कही जाते हैं, कई गुरु बनी जाते मेरे। कहते एक बना, एक दी सिक्ख्या ते चल। तोते ने कहा, फिर तुसी मैनू सिक्ख्या दे दिओ, मैं कित्थे जाना सिक्ख्या लैण, तुसी मेरे गुरु बन जाओ। कहन लगे असीं तैनूं सिक्ख्या देंदे हां, घर जाके तू बीमार हो जाई, तैनूं तरीका दसदे हां पिंजरे चों निकलण दा। घर जाके बीमार हो जाई, ढिले पैर छड्ड दे, मूँह चों पानी बगना शुरू हो जाए, तेरा मालिक तैनूं चूरी पानी जो कुछ देगा तू खाना कुछ नहीं। जदों पिंजरे तू बाहर कढ़ेगा, ये अगे पिछे होएगा, तू उड़ के जिते मर्जी चला जाई। तोते ने सोचिया सलाह तो बड़ी अच्छी है। घर जाके बीमार हो गया। बीमार हो गया, जिहड़ा तोते का मालिक सी उसने तोते नूं बाहर कढ़िया पिंजरे चों, पानी पूनी देवे, चूरी पावे, वो खावे ना, उन्होंने गुरु मिल गया सी। जदों अगे पिछे होया, तोते ने उठ के फंग फड़ के ते बह के उड़ के कोठे के बनेरे ते बह गया। घर वाला बहुत खुश होया कि हुण तोता बच गया है, ये बीमार सी। आके इस तरह पिंजरे नूं टकोरदा है, गंगे रामा आख राम राम सच है। अगों तोता बोलिया, कहंदा जी बिल्कुल ठीक है, राम राम तो सच है, पर कुंजी गुरु दे हथ है। राम राम ठीक हैगा, सच है, पर जब तक कोई कुंजी वाला महात्मा नहीं मिलता, जंदरा खुलता नहीं। हुण मैनू वो कुंजी गुरु दे हथ है, मैनू चाबी मिल गई है जंदरे दी, हुण मैं तेरे पिंजरे च नहीं आ सकता, हुण मैनू गुरु मिल गया। इस वास्ते राम राम तो सच है, पर सानू कोई राह दसन वाला भी तो होवे, जिसने राह देखिया होवे। कबीर साहब जी महाराज फरमाउंदे आ, बस काई ढूंढे काई किसवे दावे हाथ, कहे कबीर तब पाइए जब पेदी लीजे साथ, पेदी लीजे साथ दीना बस लखाए, कोट जन्म का पंथ था छिन में दे पचाए। सानू भेती की जरूरत है। भेती के पास बड़े शार्टकट रस्ते होंदे है, जिहड़ा भेती नहीं उहदे पास कोई रास्ता नहीं हुंदा। जिन्हां महापुरखां जिन्हां साधुआं ने दिन रात नाम की कमाई की हुंदी है, उन्होंने कुछ ना कुछ पे तो हुंदा है। जो गुरु साहब जी बाणी च फरमा रहे, ठीक फरमा रहे। हाँ जी,
तब चित कोमल बुद्धि निर्मल आप होए छूटो मन ठग से अब क्या कहूँ कहा मैं बहुत तक अधिकारी माने एक तुक से। स्वामी जी महाराज बड़े प्यार दे नाल फरमा रहे है कि मैं बहुत कुछ कह चुका, पर जिहड़ा हथकारी जीव है उसदे वास्ते इको ही तुक बड़ी है। वो एक तुक दे ही मन जाता है, जिहड़ा हथकारी नहीं ਉਹਦੇ ਨਾਲ जिन्ना मर्जी सिर खपाई जाओ, सारी जिंदगी भी ला दिओ ਉਹਨੂੰ असर नहीं होंदा। हज़रत बहु साहब ने जिस तरह बाणी 'ਚ फरमाया है, पत्थर चित जिन्हां दे बहु उत्थे जाया वसना मीआं। जिन्हां दे चित पत्थर ने उत्थे रहमत दा मींह भी पएगा तो की करेगा। सीने नरम नहीं आउंदे काफरां दे, भावें नाल जबान दे चट्टीए, जबान दे नाल चट्टो प्यार करो, लेकिन वो काफर जिहड़ा काफर है ਉਹਦਾ सीना नरम नहीं हो सकता। और स्वामी जी महाराज जो कुछ बाणी 'ਚ फरमा रहे ठीक फरमा रहे है, अधिकारी वास्ते एक तुक बड़ी है। साईं बुल्ले शाह नूं जदों पढ़ाउण लगे, घरदिआं पढ़न पाया, मौलवी ने कहा बुल्लिया आख अलफ। साईं बुल्ले शाह ने कहा अलफ। समझ आ गई कि अलफ ही सब कुछ है। आख बोलिया बे, ते बुल्ले शाह चुप कर गया। फिर क्या बोलिया आख अलफ, जी अलफ। आख बोलिया बे, ते बुल्ले शाह फिर चुप कर गया। मौलवी गुस्से होके कहता तू अलफ तो कहता तो बे नहीं कहता। साईं बुल्ले शाह ने कहा मौलवी साहब अलफ तो अलफ है, तू मैनू ये दस कि बे अलफ दी लगदी के है। मैनू ये दस इहदा रिश्ता की है इहदे नाल। अलफ तो अलफ है, इको अलफ तेरे दरकार इल्म बस करियो यार, इको ही अलफ बड़ा है। जे बहुता इल्म पढ़िया, मैनू तुसी बहुता इल्म पढ़ाओगे, मैं मुला बन जावांगा। बहुता इल्म पढ़िया मुला जी सुधावे, तंबा चुक चुक मंडी जावे, तेले पिछे छुरी चलावे, जे इल्म की कार। साईं बुल्ले शाह ने कहा तुसी मैनू बहुता पढ़ा दोगे, मैनू मौलवी बना दोगे, होर की करोगे। और जदों भी इन्हां दा दिन दिहाड़ होंदा मुसलमानां दा, ते मौलवी दे पासों बकरे लाल कराउंदे है। ये बिस्मिल्ला पढ़ के जाने लाल करते ने भी, ये कलमा पढ़ के दे लाल हो जाता है। ये पासों लाल कराउंदे है, और कुछ ना कुछ फीस रखी हुंदी है उन्हें। उस समय ते तेला तेला हुई, हुण पता नहीं बद होगा। तेले पिछे छुरी चलावे, ये इल्म की कार। मैनू इको ही अलफ बड़ा है, इको अलफ तेरे दरकार इल्म बस करियो यार। इको अलफ बड़ा हैगा, ये अलफ दे अगे और कुछ भी नहीं हैगा। जो स्वामी जी महाराज बाणी 'ਚ फरमा रहे ठीक फरमा रहे है, जिहड़ा हथकारी जीव है, प्रेमी जीव जिहड़ा, वो तो समझ आंदा, थोड़े नाल ही समझ आंदा है। तो जिहड़ा हथकारी नहीं ओहो जिहा है, सारी जिंदगी भी उहदे नाल सिर खपांदे रहो, उहदे अंदर कुछ नहीं बढ़ता, वो नहीं समझदा। मुहम्मद साहब दा चाचा अबू जेल सारी उम्र उसने मुहम्मद साहब नूं पकंबर नहीं समझिया। अपनी ताकत दे नाल उन्हां उपरले देशां दे सैर कराए, लेकिन उसनूं कहा तू जादू करें, पकंबर नहीं समझिया। भाई जिसने नहीं मनना उसने नहीं मनना। जो स्वामी जी महाराज बाणी 'ਚ फरमा रहे ठीक फरमा रहे है,
ਅਧਿਕਾਰੀ ਵਾਸਤੇ ਇੱਕ ਤੁਕ ਹੀ ਬੜੀ ਹੈਗੀ, ਇੱਕ ਤੁਕ ਨਾਲ ਹੀ ਸਮਝ ਆਏਗਾ। ਹਾਂਜੀ। अब क्या कहूँ कहाँ मैं बहुत तक अधिकारी माने एक तुक से जो निलज कपटी जग मारे वह क्या जाने पूत पछू से। कितना के शब्द है बड़ा है। एक ही पंक्ति हैं? एक ही पंक्ति है। पढ़ दो। राधा स्वामी कहत सुनाई मानेगे कोई हंस बचन से। स्वामी जी महाराज शब्द समाप्त करते हुए बड़े प्यार दे नाल फरमा रहे है कि असी कह के सुना देता है, कोई हैंस जीव जिहड़ा है कागां दी संगत छड्ड के वो हैंस बन जाएगा, वो समझ जाएगा। कई जीव जिहड़े कामी क्रोधी पैड़े बंदियां दी संगत करते है, वो काग ने वो नहीं मनणगे। जिहड़ा इन्हां दी संगत छड्ड देगा, हैंस रूप बन जाएगा, वो जल्दी तो जल्दी मन जाएगा। स्वामी जी महाराज शब्द समाप्त करते हुए बड़े प्यार दे नाल फरमा रहे हैं। हाँ जी। राधा स्वामी कहत सुनाई मानेगे कोई हंस बचन से।